ਸੰਗਤਾਂ ਨੇ ਛਕੇ ਛਕਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਤਿਆਰ ਕਰਕੇ ਛਕਾਇਆ। ਅੱਧੀ ਰਾਤ ਤੱਕ ਜਿਹੜਾ ਹੈ ਵਾਹਿਗੁਰੂ ਨਾਮ ਦਾ ਜਿਹੜਾ ਜਾਪ ਹੁੰਦਾ ਰਿਹਾ, ਤੇ ਬਾਅਦ ਵਿੱਚ ਸਾਰੀਆਂ ਸੰਗਤਾਂ ਆਪੋ ਆਪਣੇ ਘਰਾਂ ਨੂੰ ਚੱਲ ਕੇ ਆਈਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਾ ਪਹਿਰ ਰਾਤ ਰਹਿੰਦੀ ਜਾ ਕੇ ਇਸ਼ਨਾਨ ਪਾਨ ਕੀਤਾ, ਸੋਹਣੇ ਸੁੰਦਰ ਵਸਤਰ ਸਜਾਏ ਨੇ ਤੇ ਚੱਲਣ ਦੀ ਜਿਵੇਂ ਤਿਆਰੀ ਹੋਈ ਹੈ। ਪਟਨੇ ਸ਼ਹਿਰ ਦੀ ਨਿਵਾਸੀ ਸੰਗਤ ਜਿਹੜੀ ਸੀ ਉਹ ਆਪੋ ਆਪਣੇ ਘਰਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਚਲੇ ਗਏ ਨੇ। ਤੇ ਇੱਧਰ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਫਿਰ ਪਟਨੇ ਤੋਂ ਰਵਾਨਗੀ ਕੀਤੀ ਹੈ। ਜੇ ਜਿਵੇਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲਦੇ ਆ ਰਹੇ ਨੇ ਪੰਜਾਬ ਦੇ ਵੱਲ ਨੂੰ, ਜਿਵੇਂ ਰਸਤੇ ਦਾ ਬਿਰਤਾਂਤ ਆ ਰਿਹਾ ਹੈ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਸੇਵਕਾ ਪਰ ਗੁਰ ਕੀਨ ਪਿਆਨਾ। ਸਤਿਗੁਰੂ ਗੋਬਿੰਦ ਰਾਏ ਮਹਾਰਾਜ ਜੀ ਪਾਲਕੀ ਦੇ ਵਿੱਚ ਸਵਾਰ ਹੋ ਕੇ ਚੱਲ ਪਏ ਹਨ। ਨਰ ਨੋ ਉਠਾਏ ਸਮਗਰੀ ਨਾਨਾ। ਔਰ ਬਾਕੀ ਦੇ ਜਿਹੜੇ ਸੇਵਕ ਸੀ ਉਹਨਾਂ ਨੇ ਬੜਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਮੱਗਰੀਆਂ ਨੇ, ਸਾਜੋ ਸਮਾਨ ਹੈ, ਉਹ ਸੰਭਾਲਿਆ, ਚੁੱਕਿਆ ਹੋਇਆ, ਲੱਦਿਆ ਹੋਇਆ। ਮਾਤ ਨਾਨਕੀ ਸਿਆੰਦਨ ਵਿਖੈ। ਮਾਤਾ ਨਾਨਕੀ ਜੀ ਜਿਹੜੇ ਕਿ ਰੱਥ ਦੇ ਵਿੱਚ ਸਜੇ ਬੈਠੇ ਹਨ। ਉਤਰੇ ਕੋ ਪ੍ਰਤਾਪ ਵੱਡ ਵਿਖੈ। ਆਪਣੇ ਪੋਤੇ ਧੰਨ ਸ਼੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦਾ ਵੱਡਾ ਪ੍ਰਤਾਪ ਤੱਕਦੇ ਹਨ। ਸ੍ਰੀ ਗੁਜਰੀ ਚਾਲੀ ਚੜ ਡੋਰੇ। ਮਾਤਾ ਗੁਜਰੀ ਜੀ ਉਸ ਵੇਲੇ ਡੋਲੇ ਦੇ ਵਿੱਚ ਸਵਾਰ ਹਨ। ਗਮਣੇ ਮੁਖ ਕਰ ਪਹਚਮ ਓਰੇ। ਪੂਰਬ ਦੀ ਦਿਸ਼ਾ ਤੋਂ ਪੱਛਮ ਵੱਲ ਨੂੰ ਮੁਖ ਕਰਕੇ ਤੁਰ ਪਏ, ਪਟਨੇ ਤੋਂ ਪੰਜਾਬ ਵੱਲ ਨੂੰ ਚੱਲ ਪਏ ਹਨ। ਦੋਏ ਜਾਮ ਲੋਕੀਨ ਪਿਆਨੋ। ਜਦੋਂ ਸਾਧ ਸੰਗ ਜੀ ਦੁਪਹਿਰ ਤੱਕ 2 ਜਾਮ, 2 ਪਹਿਰ, ਇੱਕ ਪਹਿਰ ਪਹਿਲਾ 6 ਤੋਂ 9, 9 ਤੋਂ 12 ਵਜੇ ਦਾ ਦੂਜਾ ਪਹਿਰ, ਇਸ ਤਰ੍ਹਾਂ ਜਦੋਂ 2 ਪਹਿਰ ਤੱਕ ਚੱਲਦੇ ਰਹੇ, ਦੁਪਹਿਰ ਹੋਈ ਹੈ। ਡੇਰਾ ਕਰਿਓ ਟਰਿਓ ਜਬ ਪਾਨੋ। ਤੇ ਜਦੋਂ ਸਾਧ ਸੰਗ ਜੀ 2 ਪਹਿਰ ਬਤੀਤ ਹੋ ਗਏ, ਜਾਨੂੰ ਸੂਰਜ ਜਿਹੜਾ ਮੁੜਨ ਲੱਗ ਜਾਂਦਾ। 2 ਪਹਿਰਾਂ ਤੋਂ ਬਾਅਦ ਸੂਰਜ ਮੁੜਨ ਲੱਗ ਜਾਂਦਾ, ਤੇ ਜਦ ਨੂੰ ਸੂਰਜ ਮੁੜਿਆ ਉੱਥੇ ਰਾਹ ਦੇ ਵਿੱਚ ਡੇਰਾ ਕੀਤਾ ਹੈ। ਖਾਨ ਪਾਨ ਸਗਰੂ ਕਰਵਾਏ। ਕਿਉਂਕਿ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਸੀ ਵੀ ਬੜੇ ਆਰਾਮ ਦੇ ਨਾਲ ਆਉਣਾ ਹੈ, ਕਾਹਲੀ ਨਹੀਂ ਕਰਨੀ ਹੈ। ਇਸ ਕਰਕੇ ਅੱਧੇ ਕੁ ਦਿਨ ਦਾ ਹੀ ਸਫ਼ਰ ਕਰਦੇ ਨੇ। ਫਿਰ ਜਿਹੜਾ ਹੈ ਸਾਧ ਸੰਗ ਜੀ ਰੁਕ ਕਰਕੇ ਖਾਨ ਪਾਨ ਭੋਜਨ ਪ੍ਰਸ਼ਾਦਾ ਛਕਿਆ ਹੈ। ਪਸ਼ੂਆਂ ਤ੍ਰਿਨ ਦਾਨਾ ਗਨ ਪਾਏ। ਹੋਰ ਜਿਹੜੇ ਗੱਡੇ ਆਦਿਕ ਉਹਨਾਂ ਨੂੰ ਬਲਦ ਜੋੜੇ, ਘੋੜਿਆਂ ਆਦਿਕਾਂ ਨੂੰ ਘਾਹ ਦਾਣਾ ਪਾਇਆ ਹੈ। ਨਿਕਟ ਜਿਸੇ ਕੋ ਸੁਨ ਕਰ ਸਭ ਆਏ। ਜਿੱਥੇ ਵੀ ਨੇੜੇ ਤੇੜੇ ਸਤਿਗੁਰੂ ਮਹਾਰਾਜ ਜੀ ਰੁਕਦੇ, ਉੱਥੋਂ ਦੇ ਜਿਹੜੇ ਨਿਵਾਸੀ ਹੁੰਦੇ ਗੁਰੂ ਪਾਤਸ਼ਾਹ ਜੀ ਦਾ ਆਗਮਨ ਸੁਣ ਕੇ ਆਉਂਦੇ ਹਨ। ਅਰਪ ਕੂਰਨ ਦਰਸ਼ਨ ਪਾਏ। ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਭੇਟਾਵਾਂ ਅਰਪਿਤ ਕਰਦੇ ਹਨ। ਇਸੇ ਰੀਤ ਗੁਰ ਮਾਰਗ ਚਾਲੇ। ਇਸੇ ਹੀ ਰੀਤੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਰਗ ਤੈਅ ਕਰਦੇ ਹਨ। ਦੁਪਹਿਰ ਤੱਕ ਚੱਲਦੇ ਨੇ, ਫਿਰ ਸ਼ਾਮ ਦਾ ਆਰਾਮ ਕਰਦੇ ਨੇ, ਰਾਤਰੀ ਦਾ ਵਿਸ਼ਰਾਮ ਕਰਦੇ ਹਨ, ਤੇ ਫਿਰ ਸਾਧ ਸੰਗ ਜੀ ਫੇਰ ਸਵੇਰ ਨੂੰ ਚੱਲ ਪੈਂਦੇ ਹਨ। ਨਿਸ ਬਿਸਰਾਮ ਕਰੈ ਸੁਖ ਨਾਲੇ। ਬੜੇ ਸੁੱਖ ਦੇ ਨਾਲ ਆਰਾਮ ਕਰਦੇ ਨੇ, ਕਿਸੇ ਪ੍ਰਕਾਰ ਦੀ ਕੋਈ ਕਾਹਲੀ ਨਹੀਂ ਹੈ, ਥਕਾਵਟ ਨਹੀਂ ਹੈ। ਦਿਨ ਮੈਂ ਗਮਨੈ ਮਗ ਜੁਗ ਜਾਮ। ਔਰ 2 ਪਹਿਰ ਤੱਕ ਜਿਹੜਾ ਰਸਤੇ ਦੇ ਵਿੱਚ ਪੈਂਡਾ ਤੈਅ ਕਰਦੇ ਨੇ, 2 ਪਹਿਰ। ਨਿਸ ਸਿਖ ਧਾਮ ਨਗਰ ਕੈ ਗ੍ਰਾਮ। ਰਾਤ ਨੂੰ ਕਿਸੇ ਨਾ ਕਿਸੇ ਨਗਰ ਵਿੱਚ ਜਾਂ ਪਿੰਡ ਵਿੱਚ ਜਾਂ ਕਿਸੇ ਸਿੱਖ ਦੇ ਘਰ ਦੇ ਵਿੱਚ ਠਹਿਰਦੇ ਹਨ। ਤਹਿ ਤੇ ਸੁਣਤ ਮਿਲੈ ਮੁਦ ਪਾਏ। ਜਿੱਥੇ ਵੀ ਮਹਾਰਾਜ ਜੀ ਠਹਿਰਦੇ ਨੇ, ਉੱਥੋਂ ਦੀਆਂ ਸੰਗਤਾਂ ਮਹਾਰਾਜ ਜੀ ਦਾ ਆਉਣਾ ਸੁਣ ਕਰਕੇ ਬੜੀਆਂ ਪ੍ਰਸੰਨ ਹੁੰਦੀਆਂ ਨੇ। ਲਖੈ ਭਾਗ ਵੱਡ ਪ੍ਰਭ ਟਿਗ ਆਏ। ਬੜੇ ਵੱਡੇ ਭਾਗ ਆਪਣੇ ਸਮਝਦੀਆਂ ਸੰਗਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅਚਾਨਕ ਹੀ ਆ ਪਹੁੰਚੇ ਨੇ। ਜਥਾ ਸਖਤ ਸਭ ਸੇਵਾ ਕਰੈ। ਯਥਾ ਯੋਗ ਸਾਰੇ ਹੀ ਜਿੰਨੀ ਕਿਸੇ ਦੀ ਵਿੱਤ ਅਨੁਸਾਰ, ਸਮਰੱਥਾ ਦੇ ਅਨੁਸਾਰ ਤਨ ਮਨ ਧਨ ਕਰਕੇ ਸੇਵਾਵਾਂ ਕਰਦੇ ਹਨ। ਕਰ ਜੋਰੈ ਪਦ ਪਰ ਸਿਰ ਧਰੈ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜਦੇ ਨੇ,
ਔਰ ਨਮਸਕਾਰਾਂ ਕਰਦੇ ਹਨ। ਦਿਨ ਪ੍ਰਤ ਕਰੈ ਕੂਚ ਮਗ ਚਾਲੈ, ਰੋਜ਼ ਚੱਲਦੇ ਨੇ ਰਸਤੇ ਦੇ ਵਿੱਚ, ਉਲੰਘਤ ਆਏ ਪੰਥ ਵਿਸਾਲੈ। ਇਸ ਤਰ੍ਹਾਂ ਦੇ ਨਾਲ ਬੜਾ ਲੰਮਾ ਵੇਖੋ ਪੈਂਡਾ ਤੈਅ ਕੀਤਾ, ਚੱਲੇ ਨੇ ਪਟਨਾ ਸਾਹਿਬ ਦੀ ਧਰਤੀ ਤੋਂ ਵੱਡੇ ਵੱਡੇ ਨਗਰਾਂ ਮਹਾਨਗਰਾਂ ਨੂੰ ਸ਼ਹਿਰਾਂ ਨੂੰ ਪਾਰ ਕਰਦੇ ਹੋਏ ਆਉਂਦੇ ਨੇ। ਸੇਵਕੀ ਪੁਰੀ ਮੁਕਤ ਕਾ ਪਾਵਨ, ਔਰ ਜਿਹੜੀ ਸ਼ਿਵ ਜੀ ਦੀ ਪੁਰੀ ਲੋਕ ਮੰਨਦੇ ਨੇ ਵੀ ਇੱਥੇ ਮੁਕਤੀ ਮਿਲਦੀ ਹੈ, ਵੀ ਜਿਹੜਾ ਵੀ ਕੋਈ ਸਰੀਰ ਛੱਡ ਜਾਏ ਸ਼ਿਵ ਜੀ ਦੀ ਪੁਰੀ ਹੈ, ਉਹ ਕਹਿੰਦੇ ਨੇ ਕਾਂਸ਼ੀ। ਕਾਂਸ਼ੀ ਦੇ ਵਿੱਚ ਆ ਕੇ ਕਹਿੰਦੇ ਜਿਹੜਾ ਵੀ ਕੋਈ ਭਾਈ ਸਰੀਰ ਛੱਡਦਾ ਹੈ ਉਹਨੂੰ ਮੁਕਤੀ ਮਿਲ ਜਾਂਦੀ ਹੈ। ਇਹ ਉਹਨਾਂ ਦੇ ਮਤ ਦਾ ਕਹਿਣਾ ਹੈ। ਪਰ ਵੇਖੋ ਆਪਾਂ ਅੱਗੇ ਵੀ ਬਹੁਤ ਵਾਰ ਵਿਚਾਰ ਕੀਤੀ ਹੈ। ਜਦੋਂ ਗੁਰਬਾਣੀ ਦੇ ਵਿੱਚ ਵੀ ਵਿਚਾਰ ਆਈ ਸੀ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਦੀ, ਉਦੋਂ ਵੀ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਾਂਸ਼ੀ ਪਹੁੰਚੇ ਉਦੋਂ ਵੀ ਆਪਾਂ ਇਹ ਵਿਚਾਰ ਕੀਤੀ ਸੀ ਵੀ ਮਨਹੁ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਵੀ ਬਨਾਰਸ ਦੇ ਵਿੱਚ ਜਿਹੜਾ ਕੋਈ ਬੰਦਾ ਖੋਟਾ ਹੋਵੇ ਨਾ, ਮਾੜੇ ਕੰਮ ਕਰਦਾ ਜਿਹੜਾ, ਉਹ ਚਾਹੇ ਕਾਂਸ਼ੀ ਦੇ ਵਿੱਚ ਜਿੰਨੀ ਵਾਰੀ ਮਰਜ਼ੀ ਮਰ ਜਾਵੇ ਪਰ ਉਹ ਨਰਕਾਂ ਦੇ ਵਿੱਚ ਜਾਣ ਤੋਂ ਨਹੀਂ ਬਚ ਸਕਦਾ। ਤੇ ਇਸ ਤਰ੍ਹਾਂ ਫਿਰ ਸਾਰੇ ਪਾਪੀ ਜਿਹੜੇ ਬਨਾਰਸ ਦੇ ਵਿੱਚ ਜਾ ਕੇ ਇਕੱਠੇ ਹੋ ਜਾ ਕਰਨਗੇ ਵੀ ਮਾੜੇ ਕੰਮ ਕਰਕੇ ਹੁਣ ਆਪਦਾ ਅਗਲਾ ਪਰਲੋਕ ਸਵਾਰ ਲਵਾਂਗੇ। ਇਸ ਤਰ੍ਹਾਂ ਦੇ ਨਾਲ ਕੁਝ ਵੀ ਨਹੀਂ ਹੁੰਦਾ ਹੈ। ਗੁਰਬਾਣੀ ਦਾ ਮਤ ਜੋ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ, ਕਹਿੰਦੇ ਭਾਈ ਜੇ ਰੱਬ ਦਾ ਪਿਆਰਾ, ਜੇ ਹੜੰਬੇ ਦੀ ਧਰਤੀ ਜਿਹਨੂੰ ਮਗਹਰ ਦੀ ਧਰਤੀ ਕਹਿੰਦੇ ਨੇ, ਜੇ ਰੱਬ ਦਾ ਪਿਆਰਾ ਹੋਵੇ, ਪ੍ਰਭੂ ਨੂੰ ਯਾਦ ਕਰਨ ਵਾਲਾ ਹੋਵੇ, ਉਹ ਚਾਹੇ ਜਾ ਕੇ ਹੜੰਬੇ ਦੀ ਧਰਤੀ 'ਤੇ ਸਰੀਰ ਛੱਡ ਦੇਵੇ, ਪਰ ਸਾਧ ਸੰਗਤ ਉਹ ਤਰ ਜਾਂਦਾ ਹੈ, ਆਪਦੇ ਪਰਿਵਾਰ ਨੂੰ ਵੀ ਕੁਲਾਂ ਨੂੰ ਵੀ ਤਾਰ ਲੈਂਦਾ। ਤੋ ਇਸ ਕਰਕੇ ਇਹੋ ਜਿਹੀਆਂ ਵਿਚਾਰਾਂ ਦੇ ਵਿੱਚ ਕਦਾਚਿਤ ਨਹੀਂ ਪੈਣਾ। ਗੁਰਸਿੱਖ ਦਾ ਤਾਂ ਇਹ ਕੰਮ ਹੀ ਨਹੀਂ ਹੈ ਵੀ ਉਹ ਕਿਸੇ ਥਾਂ ਪਰ ਖਾਸ ਰੱਬ ਨੂੰ ਮੰਨੇ। ਥਾਵਾਂ ਥਾਵਾਂ ਦੇ ਉੱਤੇ ਜਿਹੜਾ ਰੱਬ ਨੂੰ ਖਾਸ ਮੰਨਣਾ, ਕਿਸੇ ਥਾਂ 'ਤੇ ਰੱਬ ਨੂੰ ਨਾ ਜਾਣਨਾ। ਪਰਮੇਸ਼ਰ ਤਾਂ ਸਰਬ ਵਿਆਪਕ ਹੈ, ਪਰਿਪੂਰਨ ਹੈ, ਅਕਾਲ ਪੁਰਖ। ਅਤੇ ਇਸ ਤਰ੍ਹਾਂ ਜਿਹੜੀ ਲੋਕ ਕਹਿੰਦੇ ਨੇ ਵੀ ਇਹ ਸ਼ਿਵ ਜੀ ਦੀ ਪੁਰੀ ਹੈ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਨੇ, ਨੇੜੇ ਆ ਗਏ। ਜਹ ਵਿਦਿਆ ਪੜ੍ਹ ਪੜਨ ਪੜਾਵਣ, ਜਿੱਥੇ ਵਿਦਿਆ ਪੜ੍ਹਨ ਤੇ ਪੜ੍ਹਾਉਣ ਦੇ ਵੱਡੇ ਕੇਂਦਰ ਸੀ ਉਸ ਵੇਲੇ ਭਾਰਤ ਦੇ ਵਿੱਚ, ਕਾਂਸ਼ੀ ਦੇ ਵਿੱਚ ਮੰਨਿਆ ਜਾਂਦਾ ਸੀ। ਕਹਿੰਦੇ ਕਾਂਸ਼ੀ ਦੇ ਤਾਂ ਜਿਹੜੇ ਪੰਛੀ ਵੀ ਨੇ ਨਾ, ਉਹ ਵੀ ਵਿਦਵਾਨ ਨੇ। ਭਾਵ ਕੀ ਹੈ ਵੀ ਹਰ ਇੱਕ ਬੱਚਾ ਜਿਹੜਾ ਹੈ ਉੱਥੋਂ ਦਾ ਵਿਦਵਾਨ ਹੈ, ਸਿਆਣਾ, ਸੂਝਵਾਨ ਹੈ, ਕਿਉਂਕਿ ਕਿਸੇ ਸਮੇਂ ਉੱਥੇ ਬੜਾ ਵਿੱਦਿਆ ਦਾ ਪ੍ਰਵਾਹ ਸੀ। ਉਹ ਵਿੱਦਿਆ ਕਿਹੜੀ ਸੀ? ਵਿੱਦਿਆ ਸੀ ਉਸ ਵੇਲੇ ਜਿਹੜੀ ਭਾਰਤ ਵਰਸ਼ ਦੀ ਪੁਰਾਣੀ ਵਿੱਦਿਆ, ਵੇਦ ਸ਼ਾਸਤਰ, ਸਿਮਰਤੀਆਂ, ਉਪਨਿਸ਼ਦਾਂ, ਵਿਆਕਰਣ। ਵੀ ਕਹਿੰਦੇ ਇਹੋ ਜਿਹਾ ਕੋਈ ਵਿਦਵਾਨ ਨਹੀਂ ਹੋਇਆ ਭਾਰਤ ਦਾ ਜਿਹੜਾ ਕਦੇ ਕਾਂਸ਼ੀ ਨਾ ਗਿਆ ਹੋਵੇ। ਸਾਰੇ ਵਿਦਵਾਨ, ਅੱਗੇ ਤਾਂ ਵਿਦਵਾਨ ਮੰਨੇ ਹੀ ਉਹਨੂੰ ਜਾਂਦਾ ਸੀ ਜਿਹੜਾ ਕਹਿੰਦੇ ਕਾਂਸ਼ੀ ਪੰਡਤਾਂ ਦੇ ਕੋਲ ਜਾ ਜੂ ਕੇ ਆਇਆ ਹੋਵੇ ਨਾ, ਉੱਥੇ ਜਾ ਕੇ ਜਿਹੜਾ ਆਇਆ ਹੋਵੇ ਉਹਨੂੰ ਵਿਦਵਾਨ ਮੰਨਦੇ ਸੀ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ 5 ਸਿੰਘਾਂ ਨੂੰ ਜਿਹੜਾ ਹੈ ਵਿੱਦਿਆ ਪੜ੍ਹਨ ਦੇ ਲਈ ਕਹਿੰਦੇ ਕਾਂਸ਼ੀ ਭੇਜਿਆ, ਜਿੱਥੋਂ ਨਿਰਮਲੇ ਸੰਪਰਦਾ ਚੱਲੀ ਹੈ। ਅਤੇ ਮਹਾਰਾਜ ਕਹਿੰਦੇ ਸਾਡੇ ਵੀ ਸਿੱਖ ਜਿਹੜੇ ਕਿਸੇ ਗਿਆਨ ਤੋਂ ਘੱਟ ਨਾ ਹੋਣ, ਸਿੱਖਾਂ ਦੇ ਕੋਲ ਵੀ ਗਿਆਨ ਹੋਵੇ, ਸਿੱਖਾਂ ਨੂੰ ਵੀ ਪਤਾ ਹੋਵੇ, ਸੋਝੀ ਹੋਵੇ ਵੀ ਦੁਨੀਆ ਦੇ ਧਾਰਮਿਕ ਗ੍ਰੰਥ ਉਹਨਾਂ ਦੇ ਵਿੱਚ ਕੀ ਕੀ ਵਿਚਾਰਾਂ ਹਨ, ਇਹ ਸੋਝੀ ਹੋਣੀ ਚਾਹੀਦੀ ਹੈ। ਕਿਉਂਕਿ ਸਾਧ ਸੰਗਤ ਜੀ, ਇਹ ਗਿਆਨ ਹਾਸਲ ਕਰਨਾ ਹਰ ਇੱਕ ਜੀਵ ਦਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਹੱਕ ਹੈ, ਅਧਿਕਾਰ ਹੈ, ਗਿਆਨ ਹੋਣਾ ਚਾਹੀਦਾ। ਕਿਉਂਕਿ ਗਿਆਨ ਜੇ ਹੋਵੇਗਾ ਤਾਂ ਹੀ ਉਹ ਆਪਣੇ ਜੀਵਨ ਨੂੰ ਸੁੱਖ ਸ਼ਾਂਤੀ ਦੇ ਨਾਲ ਉਹ ਬਤੀਤ ਕਰ ਸਕਦਾ। ਪਰ ਜੇ ਗਿਆਨ ਹੀ ਨਾ ਹੋਵੇ, ਉਹਨੂੰ ਜਿਹੜਾ ਕੋਈ ਮਰਜ਼ੀ ਬੇਵਕੂਫ ਬਣਾ ਦੇ, ਬੁੱਧੂ ਬਣਾ ਦੇਵੇ। ਅਤੇ ਪਰ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਵੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਇਹਨੂੰ ਮਹਾਰਾਜ ਜੀ ਨੇ ਗੁਰੂ ਕੀ ਕਾਂਸ਼ੀ ਦਾ ਖਿਤਾਬ ਦਿੱਤਾ, ਜਿੱਥੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਇੱਕ ਓਅੰਕਾਰ ਤੋਂ ਲੈ ਕਰਕੇ 18 10 20 ਤੱਕ ਜਿਹੜੀ ਪਾਵਨ ਬਾਣੀ ਆਪਣੀ ਪਾਵਨ ਰਸਨਾ ਤੋਂ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਦੇ ਦੁਆਰਾ ਲਿਖਵਾਉਣਾ ਕੀਤੀ ਹੈ। ਅਤੇ ਉਹ ਜਿਹੜੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਵਾਇਆ ਕਰਦੇ ਦਿਨ ਦੇ ਸਮੇਂ, ਓਨੀ ਹੀ ਬਾਣੀ ਦੀ ਸ਼ਾਮ ਨੂੰ ਕਥਾ ਕੀਤੀ।
ਸਤਿਗੁਰੂ ਮਹਾਰਾਜ ਜੀ ਨੇ। ਇਸ ਤਰ੍ਹਾਂ ਦੀਆਂ 48 ਸਿੱਖਾਂ ਨੇ ਕਹਿੰਦੇ ਜਦੋਂ ਕਥਾ ਮਹਾਰਾਜ ਜੀ ਦੇ ਕੋਲੋਂ ਸ਼ਰਵਣ ਕੀਤੀ, ਉਹ ਬਦੇ ਮੁਕਤ ਹੋ ਗਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਜਿਹੜਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਖਵਾਈ, ਜਿਹਨੂੰ ਆਪਾਂ ਅੱਜ ਕੱਲ੍ਹ ਦਮਦਮੀ ਬੀੜ ਕਹਿ ਦਿੰਦੇ ਹਾਂ। ਤੇ ਉਸ ਪਾਵਨ ਬੀੜ ਦੀ ਜਦੋਂ ਸਾਧ ਸੰਗਤ ਜੀ ਲਿਖਵਾਈ ਹੋਈ, ਬਾਅਦ ਦੇ ਵਿੱਚ ਕਲਮਾਂ ਬਚੀਆਂ, ਸਿਆਹੀ ਬਚੀ ਜਾਂ ਵਾਧੂ ਕਾਗਜ਼ ਦੇ ਟੁਕੜੇ ਬਚੇ, ਉਹ ਜਿਹੜਾ ਹੁਣ ਉੱਥੇ ਬਣਿਆ ਲਿਖਣਸਰ ਸਰੋਵਰ, ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਦਬਵਾ ਦਿੱਤੀਆਂ ਵੀ ਇੱਥੇ ਦੱਬ ਦਿਓ, ਸਰੋਵਰ ਬਣੇ, ਇਹਦੇ ਉੱਪਰ ਤਿਆਰ ਕੀਤਾ ਜਾਵੇ। ਸਰੋਵਰ ਤਿਆਰ ਕੀਤਾ ਗਿਆ ਤੇ ਮਹਾਰਾਜ ਨੇ ਉਸ ਧਰਤੀ ਨੂੰ ਵਰ ਦਿੱਤਾ ਵੀ ਜਿਹੜਾ ਕੋਈ ਬੈਲ ਬੁੱਧੀ ਵਾਲਾ ਵੀ ਹੋਵੇ ਨਾ, ਜਿਹਨੂੰ ਵਿਚਾਰੇ ਨੂੰ ਕੁਛ ਆਉਂਦਾ ਜਾਂਦਾ ਹੀ ਨਾ ਹੋਵੇ, ਉਹ ਵੀ ਜਿਹੜਾ ਕੋਈ ਇਸ ਸਥਾਨ ਤੇ ਆ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਵੇ ਤਥਾ ਇਸ਼ਨਾਨ ਪਾਨ ਕਰੇ, ਅਰਦਾਸ ਬੇਨਤੀ ਕਰੇ। ਤੇ ਮਹਾਰਾਜ ਕਹਿੰਦੇ 35 ਲਿਖੇ ਇੱਥੇ, 35 ਹੁਣ ਵੀ ਉੱਥੇ 35 ਲਿਖੀ ਜਾਂਦੀ ਹੈ। 35 ਗੁਰਮਤਿ ਦੇ ਜਿਹੜੇ ਅੱਖਰ ਨੇ, ਗੁਰਮੁਖੀ ਅੱਖਰ, ਊੜੇ ਤੋਂ ਲੈ ਕੇ ਡਾੜੇ ਤੱਕ ਜਿਹੜੇ ਸਾਧ ਸੰਗਤ ਜੀ ਹਨ, ਇਹ 35 ਅੱਖਰ ਜਿਹੜੇ ਉੱਥੇ ਸੰਗਤਾਂ ਜਾ ਕੇ ਲਿਖਦੀਆਂ ਨੇ, ਅਰਦਾਸ ਬੇਨਤੀ ਕਰਦੇ ਨੇ। ਬੜੇ ਇਹੋ ਜਿਹੇ ਜਿਹੜੇ ਜਿਨ੍ਹਾਂ ਨੂੰ ਆਉਂਦੀ ਨਹੀਂ ਸੀ ਗੁਰਬਾਣੀ ਪੜ੍ਹਨੀ, ਊੜਾ ਮਸਾਂ ਕਹਿਣਾ ਆਉਂਦਾ ਸੀ, ਉਹਨਾਂ ਨੇ ਵੀ ਸਾਧ ਸੰਗਤ ਜੀ ਗੁਰਬਾਣੀ ਦੇ ਪਾਠ ਦੀ ਸੰਥਿਆ ਕਰਕੇ ਉਹ ਇੱਥੋਂ ਤੱਕ ਵੀ ਕਥਾ ਵੀ ਕਰਨ ਲੱਗ ਪਏ। ਉਹਨਾਂ ਦੇ ਉੱਤੇ ਬਖਸ਼ਿਸ਼ ਹੋਈ ਹੈ। ਗੱਲ ਕੀ ਹੈ, ਭਾਵਨਾ ਦੀ। ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਉਹ ਗੁਰੂ ਕੀ ਕਾਂਸ਼ੀ ਦਾ ਖਿਤਾਬ ਦਿੱਤਾ। ਤੇ ਵਿੱਦਿਆ ਜਿਹੜੀ ਹੈ, ਪੜ੍ਹਨ ਪੜ੍ਹਾਉਣ ਦਾ ਜਿਹੜਾ ਕਾਰਜ ਉੱਥੇ ਚੱਲਦਾ ਰਿਹਾ। ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉੱਥੇ ਕਥਾ ਵਿਚਾਰ ਕਰਦੇ ਰਹੇ, ਦੀਵਾਨ ਸਜਾਉਂਦੇ ਰਹੇ। ਔਰ ਨਾਲ ਦੀ ਨਾਲ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਉਹ ਵੀ ਉਹਨਾਂ ਨੇ ਵੀ ਬੜਾ ਪ੍ਰਚਾਰ ਦਾ ਜਿਹੜਾ ਹੈ ਉੱਥੇ ਆਪਣਾ ਸਮਾਂ ਲਾਇਆ। ਉਹ ਵੀ ਕੀਰਤਨ ਦੁਆਰਾ ਨਿਹਾਲ ਕਰਦੇ ਸੰਗਤਾਂ ਨੂੰ। ਤੇ ਉਹਨਾਂ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਨੂੰ ਬੜੇ ਵਾਰ ਕਹਿਣਾ ਵੀ ਤੁਸੀਂ ਗਿਆਨੀ ਸਿੰਘ ਜੀ ਇੱਥੇ ਆ ਕੇ ਕਥਾ ਵਿਚਾਰ ਦਾ ਜਿਹੜਾ ਹੈ ਨਾ, ਵਿਦਿਆਰਥੀਆਂ ਨੂੰ ਸਿੱਖਿਆ ਦਿਓ, ਸੋਝੀ ਬਖਸ਼ੋ। ਇਸ ਕਰਕੇ ਹੁਣ ਵੀ ਜਿਹੜੀ ਹੈ ਨਾ ਦੰਦਮੀ ਟਕਸਾਲ ਦੀ ਸ਼ਾਖ ਹੈ, ਉੱਥੇ ਤਖਤ ਸਾਹਿਬ ਦੇ ਮਗਰਲੇ ਪਾਸੇ ਜਿਹੜੇ ਸਥਾਨ ਬਣੇ ਹੋਏ ਨੇ, ਉੱਥੇ ਆਣ ਕੇ ਸੰਗਤਾਂ ਜਿਹੜੀਆਂ ਸਾਧ ਸੰਗਤ ਜੀ ਉੱਥੇ ਵੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਅਭਿਆਸੀ, ਗੁਰਮੁਖ ਪਿਆਰੇ ਜਾਂਦੇ ਨੇ। ਸੋ ਕਹਿਣ ਤੋਂ ਭਾਵ ਇਹ ਹੈ ਵੀ ਜਿੱਥੇ ਵਿੱਦਿਆ ਪੜ੍ਹਨ ਪੜ੍ਹਾਉਣ ਦਾ ਕੰਮ ਹੋਵੇ ਨਾ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਨੂੰ ਜਾਣ ਵਾਸਤੇ ਕਿਹਾ। ਤੇ ਸਿੱਖ ਦਾ ਜਿਹੜਾ ਹੈ ਕਾਰਜ ਕਿ ਕਹਿੰਦੇ ਵੀ ਜਿੰਨਾ ਚਿਰ ਬੰਦੇ ਦੀ ਦੇਹੀ ਦੇ ਵਿੱਚ ਪ੍ਰਾਣ ਨੇ ਨਾ, ਉਹਨਾਂ ਚਿਰ ਬੰਦੇ ਨੂੰ ਸਿੱਖਦੇ ਰਹਿਣਾ ਚਾਹੀਦਾ। ਜਿੰਨਾ ਚਿਰ ਬੰਦੇ ਦੇ ਅੰਦਰ ਸਾਹ ਚੱਲਦੇ, ਉਹ ਸਿੱਖਦਾ ਰਵੇ। ਇਸੇ ਕਰਕੇ ਮਹਾਰਾਜ ਜੀ ਨੇ ਸਾਨੂੰ ਇੱਕ ਲਕਬ ਦਿੱਤਾ ਸਿੱਖ, ਵੀ ਤੂੰ ਸਿੱਖਦਾ ਰਹਿ। ਤੂੰ ਕਦੇ ਨਾ ਆਪਦੇ ਆਪ ਨੂੰ ਇਹ ਸਮਝੀ ਵੀ ਮੈਂ ਹੁਣ ਪਰਫੈਕਟ ਹੋ ਗਿਆ, ਵੀ ਹੁਣ ਮੈਂ ਵਧੀਆ ਠੀਕ ਆ, ਹੁਣ ਮੈਨੂੰ ਲੋੜ ਨਹੀਂ, ਹੁਣ ਮੈਂ ਪਾਠ ਸਿੱਖਣ ਲੱਗ ਗਿਆ, ਹੁਣ ਮੈਂ ਰੌਲਾ ਲਾਇਆ ਕਰੂੰਗਾ, ਚੱਲ ਵੀ ਠੀਕ ਹੈ। ਵੀ ਜਾ ਹੁਣ ਫਿਰ ਮੈਂ ਕੀਰਤਨ ਸਿੱਖ ਲਿਆ, ਵੀ ਹੁਣ ਮੈਂ ਕੀਰਤਨ, ਹੁਣ ਮੈਨੂੰ ਸਿੱਖਣ ਦੀ ਲੋੜ ਨਹੀਂ। ਵੀ ਹੁਣ ਕਥਾ ਸਿੱਖ ਲਈ, ਹੁਣ ਸਿੱਖਣ ਦੀ ਲੋੜ ਨਹੀਂ। ਪਰ ਸਿੱਖਦਾ ਰਵੇ। ਬਾਹਰਲੇ ਹੋਰ ਜਿਹੜੇ ਕੋਈ ਵੀ ਹੈ, ਭਾਵੇਂ ਅਨਮੰਤਾ ਦੇ ਗ੍ਰੰਥ ਨੇ, ਉਹਨਾਂ ਦੀ ਵੀ ਵਿਚਾਰ ਜਿਹੜਾ ਸਤਿਗੁਰੂ ਮਹਾਰਾਜ ਨੇ ਕਰਨ ਦੇ ਵਾਸਤੇ ਕਿਹਾ ਹੈ, ਵੀ ਉਹਨਾਂ ਦੀ ਵਿਚਾਰ ਵੀ ਕਰਨੀ ਹੈ। ਪਰ ਜਿਹੜਾ ਅਕੀਦਾ ਹੈ, ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਰੱਖਣਾ। ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਪਰ ਹੋਰ ਧਾਰਮਿਕ ਸ਼ਾਸਤਰਾਂ ਦਾ ਜਿਹੜਾ ਗਿਆਨ ਹੈ, ਉਹ ਸਿੱਖ ਨੇ ਹਾਸਲ ਕਰਨਾ ਹੈ। ਕਿਉਂਕਿ ਮਹਾਰਾਜ ਕਹਿੰਦੇ ਭਾਈ ਸਿੱਖਾਂ ਨੂੰ ਹੁਣ ਕਾਂਸ਼ੀ ਜਾਣ ਦੀ ਲੋੜ ਨਹੀਂ ਰਹੂਗੀ। ਸਾਡੇ ਸਿੱਖ ਇਸ ਤਰ੍ਹਾਂ ਦੇ ਨਾਲ ਟਕਸਾਲ ਦੇ ਵਿੱਚੋਂ ਹੀ ਵਿਦਵਾਨ ਬਣਿਆ ਕਰਨਗੇ। ਤੇ ਵੇਖੋ ਸਾਧ ਸੰਗਤ ਜੀ, ਵਿਦਵਾਨ ਜਿਹੜੇ ਸੀ ਤੇ ਟਕਸਾਲ ਦੇ ਵਿੱਚ ਇਹੋ ਜਿਹੇ ਪੈਦਾ ਹੋਏ ਤੇ ਵੱਡੇ ਵੱਡੇ ਪੰਡਤਾਂ ਦੇ ਵੀ ਸਿਰ ਝੁਕ ਕੇ ਕਹਿੰਦੇ ਵੀ ਹਾਂ, ਜਿਵੇਂ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਨੂੰ ਵੀ ਰਿਸ਼ੀਕੇਸ਼ ਦੇ ਕਾਂਸ਼ੀ ਦੇ ਜਿਹੜੇ ਵਿਦਵਾਨ ਪੰਡਤ ਸੀ, ਉਹਨਾਂ ਨੇ ਵੀ ਉਹਨਾਂ ਦਾ ਲੋਹਾ ਮੰਨਿਆ। ਕਹਿੰਦੇ ਵੀ ਹਾਂ, ਜੇ ਕੋਈ ਵਿਦਵਾਨ ਹੈ ਨਾ ਸਿੱਖ ਪੰਥ ਦੇ ਵਿੱਚ, ਉਹ ਭਿੰਡਰਾਂ ਦੀ ਟਕਸਾਲ ਦੇ ਸ਼੍ਰੀ ਸੰਤ ਗਿਆਨੀ ਮੋਹਨ ਸਿੰਘ ਜੀ ਹਨ। ਉਹਨਾਂ ਨੂੰ ਬਹੁਤ ਜ਼ਿਆਦਾ ਉਹ ਪ੍ਰੇਮ ਕਰਦੇ ਤੇ ਮੰਨਦੇ ਵੀ ਸੀ। ਵਿਚਾਰ ਚਰਚਾ ਵੀ ਜਿਹੜੀ ਕਰਦੇ ਸੀ ਗੁਰਮਤਿ ਦੀ ਰੀਤੀ ਅਨੁਸਾਰ। ਚਰਚਾ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਵਿਚਾਰ ਕਰਨੀ ਪਿਆਰ ਭਾਵਨਾ ਦੇ ਨਾਲ, ਜਾਣਕਾਰੀ ਲੈਣ ਵਾਸਤੇ, ਗਿਆਨ ਲੈਣ ਵਾਸਤੇ, ਇੱਕ ਇਹ ਵਿਚਾਰ ਹੁੰਦੀ ਹੈ। ਇੱਕ ਹੁੰਦੀ ਹੈ ਸਿੰਘ ਪੜ੍ਹਾਉਣ ਵਾਲੀ ਚਰਚਾ। ਸਿੰਘ ਪੜ੍ਹਾਉਣ ਵਾਲੀ ਜਿਹੜੀ ਚਰਚਾ ਹੈ, ਉਹ ਸਦਾ ਵਿਖਾਦ ਦਾ ਕਾਰਨ ਬਣਦੀ ਹੈ, ਲੜਾਈ ਦਾ ਕਾਰਨ ਬਣਦੀ ਹੈ। ਪਰ ਇੱਕ ਹੁੰਦੀ ਹੈ ਵਿਚਾਰ, ਜਿਹਦੇ ਵਿੱਚ
ਦੋ ਜਾਣੇ ਵਿਅਕਤੀ ਮਿਲ ਕੇ ਵਿਚਾਰ ਕਰਦੇ ਨੇ ਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਨੇ ਤੇ ਉਹ ਗਿਆਨ ਦਾ ਵਾਧਾ ਕਰਨ ਵਾਲਾ ਉਸ ਸਮੇਂ ਦੇ ਵਿੱਚ ਜਿਹੜਾ ਸੀ ਕਾਂਸ਼ੀ ਨੂੰ ਭਾਰਤ ਦਾ ਮੁੱਖ ਵੱਡਾ ਕੇਂਦਰ ਮੰਨਿਆ ਜਾਂਦਾ ਸੀ। ਤੇ ਉੱਥੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਨੇੜੇ ਪਹੁੰਚੇ ਹਨ, ਕੀਤਕ ਦਿਨ ਮੈਂ ਕੋ ਨਰਿਆਏ। ਕਈ ਦਿਨ ਚੱਲਦੇ ਰਹੇ ਕਾਂਸ਼ੀ ਨਗਰ ਨੇੜੇ ਆ ਗਿਆ। ਜੁਗ ਮਾਤਨ ਸੋ ਕਹਿਤ ਸੁਨਾਏ। ਦੋਵੇਂ ਮਾਤਾਵਾਂ ਨੂੰ ਸ੍ਰੀ ਗੋਬਿੰਦ ਰਾਏ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕੀਤਕ ਸਮੈ ਬੈਸ ਇਸ ਨਗਰੀ। ਇਹ ਮਾਤਾ ਜੀ ਇਸ ਨਗਰੀ ਦੇ ਵਿੱਚ ਕੁਝ ਸਮਾਂ ਰਹਿੰਦੇ ਆ, ਵੇਖਦੇ ਆ ਇੱਥੋਂ ਦੇ ਰੰਗ ਢੰਗ ਕੀ ਹਨ। ਮਹਿ ਮੰਡਲ ਮੈਂ ਮਹਾ ਉਜਗਰੀ। ਕਿਉਂਕਿ ਧਰਤੀ ਦੇ ਉੱਤੇ ਖਾਸ ਕਰਕੇ ਭਾਰਤ ਵਰਸ਼ ਦੇ ਵਿੱਚ ਕਾਂਸ਼ੀ ਦੀ ਬੜੀ ਮਹਾਨਤਾ ਸੀ। ਗਨ ਗੁਣਵੰਤੇ ਦਿਜਤੇ ਆਦ। ਔਰ ਜਿਹੜੇ ਬੜੇ ਗੁਣਵਾਨ ਬ੍ਰਾਹਮਣ ਹੋਰ ਬੜੇ ਵਿਦਵਾਨ ਜਿਹੜੇ ਬੜੇ ਵਿਦਿਆ ਦੇ ਵਿੱਚ ਮਾਹਰ ਹਨ, ਮਾਨਵ ਰਹਿ ਤਰੈ ਅਹਲਾਦ। ਉਹ ਵਿਦਵਾਨ ਬੜੇ ਉੱਥੇ ਖੁਸ਼ ਰਹਿੰਦੇ ਨੇ। ਲੋਕ ਵੀ ਉਹਨਾਂ ਵਿਦਵਾਨਾਂ ਦਾ ਸਤਿਕਾਰ ਕਰਦੇ ਨੇ। ਵਿਦਵਾਨ ਵੀ ਉੱਥੇ ਰਹਿਣਾ ਪਸੰਦ ਕਰਦਾ ਜਿੱਥੇ ਉਹਦਾ ਸਤਿਕਾਰ ਹੋਵੇ, ਜਿੱਥੇ ਮਾਣ ਹੋਵੇ। ਜਿੱਥੇ ਲੋਕ ਵਿਦਵਾਨ ਦੇ ਚੁੰਡੀਆਂ ਹੀ ਵੱਢੀ ਜਾਣ, ਉੱਥੇ ਵਿਦਵਾਨ ਕਾਹਤੋਂ ਰੁਕੂਗਾ ਵੀ? ਉੱਥੇ ਨਹੀਂ ਰਹਿੰਦਾ ਹੈ। ਤੇ ਜਿੱਥੇ ਉਹਨੂੰ ਸਤਿਕਾਰ ਮਿਲੂ ਉੱਥੇ ਜਾਊਗਾ। ਉਹਨੂੰ ਦੇਸ਼ ਛੱਡਣਾ ਮਨਜ਼ੂਰ ਹੋ ਜਾਂਦਾ ਹੈ ਵੀ ਦੇਸ਼ ਭਾਵੇਂ ਛੱਡ ਦਿਆਂਗੇ ਪਰ ਸਤਿਕਾਰ ਹੋਣਾ ਜ਼ਰੂਰੀ ਹੈ। ਸੁਣਤ ਨਾਨਕੇ ਪੋਤਰੇ ਬਾਣੀ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਬਚਨ ਮਾਤਾ ਨਾਨਕੀ ਜੀ ਨੇ ਸੁਣੇ ਹਨ, ਹਰਖਵੰਤ ਕਰ ਨਿਕਟ ਬਖਾਨੇ। ਬੜੇ ਪ੍ਰਸੰਨ ਹੋ ਕੇ ਨੇੜੇ ਹੋ ਕੇ ਬਚਨ ਕਹਿੰਦੇ ਹਨ। ਪਿਤਾ ਤੁਮਾਰੇ ਗਮਨ ਤੇ ਆਏ। ਕਹਿੰਦੇ ਪਿਤਾ ਤੁਹਾਡੇ ਇੱਥੇ ਜਦੋਂ ਅਸੀਂ ਆਏ ਸੀ ਨਾ ਪੰਜਾਬ ਤੋਂ ਪਟਨਾ ਸਾਹਿਬ ਨੂੰ, ਉਦੋਂ ਤੁਹਾਡੇ ਪਿਤਾ ਜੀ ਵੀ ਇੱਥੇ ਆਏ ਸਨ। ਹਮ ਸਭ ਸੰਗ ਤਵੈ ਦਰਸਾਏ। ਅਸੀਂ ਸਾਰਿਆਂ ਨੇ ਗੁਰੂ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਕਾਂਸ਼ੀ ਸ਼ਹਿਰ ਨੂੰ ਵੇਖਿਆ। ਪ੍ਰੀਤਵਾਨ ਸੰਗਤ ਬਹਵਾਈ। ਇੱਥੋਂ ਦੀਆਂ ਸੰਗਤਾਂ ਉਹ ਵੀ ਬੜੀ ਪ੍ਰੀਤੀ ਕਰਨ ਵਾਲੀਆਂ ਹਨ। ਕਰਿਓ ਕੀਰਤਨ ਔਰ ਹਰਿ ਖਾਏ। ਔਰ ਰੱਬੀ ਬਾਣੀ ਦਾ ਕੀਰਤਨ ਗੁਰੂ ਕੇ ਸਿੱਖਾਂ ਨੇ ਕੀਤਾ। ਸੰਗਤਾਂ ਨੇ ਆ ਕੇ ਬੜਾ ਲਾਹਾ ਲਿਆ। ਹਾਥ ਜੋਰ ਰਾਖੇ ਦਿਨ ਕੇਤੇ। ਉਹਨਾਂ ਸੰਗਤਾਂ ਨੇ ਬੇਨਤੀਆਂ ਕਰ ਕਰਕੇ ਮਹਾਰਾਜ ਨੂੰ ਕਈ ਦਿਨ ਉੱਥੇ ਰੱਖਿਆ। ਦਿਨ ਪ੍ਰਤ ਦਰਸਤ ਬਹੁ ਸੁਖ ਲੇਤੇ। ਔਰ ਦਿਨ ਪ੍ਰਤੀ ਦਿਨ ਬੜਾ ਸੁਖ ਲਿਆ ਹੈ। ਅਬ ਤੁਮ ਕੋ ਮਿਲ ਹੈ ਸਭ ਆਏ। ਹੁਣ ਪੁੱਤਰ ਜੀ ਤੁਹਾਨੂੰ ਆ ਕੇ ਸੰਗਤਾਂ ਮਿਲਣਗੀਆਂ। ਰਹੋ ਆਪ ਜੈਸੇ ਮਨ ਪਾਏ। ਜਿੰਨਾ ਚਿਰ ਪੁੱਤਰ ਜੀ ਤੁਹਾਡਾ ਚਿੱਤ ਕਰਦਾ ਉਨਾ ਚਿਰ ਰਹੋ ਇਸ ਨਗਰੀ ਵਿੱਚ। ਹਿਮ ਬੋਲਤ ਬਿਗਸਤ ਬਹੁ ਪਾਂਤੇ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਰਾਏ ਮਹਾਰਾਜ ਜੀ ਮਾਤਾ ਨਾਨਕੀ ਜੀ ਦੇ ਨਾਲ ਬਚਨ ਕਰਕੇ ਬੜੇ ਖੁਸ਼ ਹੋਏ। ਦਾਸਨ ਸਾਥ ਕਰਤ ਪੁੰਨ ਬਾਤੇ। ਔਰ ਆਪਣੇ ਦਾਸਾਂ ਸੇਵਕਾਂ ਦੇ ਨਾਲ ਬਚਨ ਬਿਲਾਸ ਕਰਦੇ ਹਨ। ਕਾਸੀ ਬਹਿਰ ਆਏ ਕਰ ਖਰੇ। ਕਾਂਸ਼ੀ ਸ਼ਹਿਰ ਤੋਂ ਸਾਧ ਸੰਗਤ ਜੀ ਬਾਹਰ ਹੀ ਹਲੇ ਸਤਿਗੁਰੂ ਮਹਾਰਾਜ ਜੀ ਜਦੋਂ ਖੜੇ ਹੋਏ ਆਣ ਕੇ, ਸਕਲ ਬਿਹੇਰ ਮਲਾਵਨ ਕਰੇ। ਜਿੰਨੇ ਕੋਈ ਪਿੱਛੇ ਆ ਰਹੇ ਸੀ ਵਿਖੜੇ ਤੁਖੜੇ ਜਿਹੇ, ਉਹ ਸਾਰੇ ਨਾਲ ਆ ਕੇ ਰਲ ਗਏ। ਸੰਗਤ ਵਿਖੈ ਜਾਏ ਸੁਧ ਹੋਏ। ਜਦੋਂ ਸੰਗਤਾਂ ਦੇ ਵਿੱਚ ਕਾਂਸ਼ੀ ਦੀਆਂ ਵਿੱਚ ਜਾ ਕੇ ਪਤਾ ਲੱਗਿਆ ਔਰ ਤਾਰੇ ਹਰਖ ਤਿਆਰ ਸਭ ਕੋਈ। ਵੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਫਰਜ਼ੰਦ ਸੁਪੁੱਤਰ ਕਾਂਸ਼ੀ ਨਗਰ ਵਿੱਚ ਆ ਪਹੁੰਚੇ ਹਨ। ਆਗੇ ਆਦਰ ਕੇ ਹਿਤ ਲੈਣਾ। ਉਹ ਆਦਰ ਦੇ ਨਾਲ ਅੱਗਿਓਂ ਲੈਣ ਵਾਸਤੇ ਆਏ ਹਨ। ਸਭ ਗਵਣੇ ਸਰਦਾ ਮਨ ਭੇਨ। ਔਰ ਬੜੇ ਸਰਦਾ ਭਾਵਨਾ ਦੇ ਨਾਲ ਮਹਾਰਾਜ ਜੀ ਨੂੰ ਅੱਗਿਓਂ ਸਤਿਕਾਰ ਦੇ ਨਾਲ ਲੈਣ ਵਾਸਤੇ ਮੇਵਨ ਕੀ ਡਾਲੀ ਗਨ ਲੈਣਾ। ਉਹਨਾਂ ਨੇ ਮੇਵਿਆਂ ਦੀਆਂ ਬਹੁਤ ਡਾਲੀਆਂ ਭਰ ਲਈਆਂ, ਭਾਂਡੇ ਭਰ ਲਏ ਹਨ। ਔਰ ਤੇ ਬਹਿ ਨਿਕਸਬੋ ਕੀਨਾ। ਫਲਾਂ ਦੀਆਂ ਟੋਕਰੀਆਂ ਭਰ ਭਰ ਕੇ ਸਤਿਗੁਰੂ ਮਹਾਰਾਜ ਜੀ ਨੂੰ ਨਗਰ ਤੋਂ ਬਾਹਰ ਹੀ ਲੈਣ ਵਾਸਤੇ ਆ ਗਏ। ਗੁਰ ਕੇ ਸਨਮੁਖ ਸਭ ਚੱਲ ਆਏ। ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਸਾਰੀਆਂ ਹੀ ਸੰਗਤਾਂ ਆ ਗਈਆਂ। ਗਾਵਤ ਸ਼ਬਦ ਪ੍ਰੇਮ ਓ ਮਹਾਏ। ਹੁਣ ਗੁਰਬਾਣੀ ਦਾ ਪਾਠ ਕੀਰਤਨ ਕਰਨਾ ਜਾਣਦੇ ਸੀ, ਕਿਉਂਕਿ ਪਹਿਲਾਂ ਵੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਰਹਿ ਕੇ ਗਏ ਸੀ ਇਸ ਨਗਰੀ ਵਿੱਚ।
ਇਸ ਕਰਕੇ ਸੰਗਤਾਂ ਗੁਰਬਾਣੀ ਦਾ ਸ਼ਬਦ ਉੱਥੇ ਪੜ੍ਹਦੀਆਂ ਹਨ। ਖਰੇ ਦੂਰ ਜਿਤ ਦਿਸ ਜਬ ਦੇਖੈ, ਦੂਰ ਖੜੇ ਜਿੱਧਰ ਵੀ ਵੇਖਦੇ ਹਨ। ਭਇਓ ਸਵਨ ਆਨੰਦ ਵਸੇਖੈ, ਬੜੇ ਸਾਰੇ ਵਿਸ਼ੇਸ਼ ਆਨੰਦ ਪ੍ਰਾਪਤ ਕਰਦੇ ਨੇ। ਗੰਗਾ ਜਲ ਕਤਰ ਕੈ ਪਰ ਪਾਰ, ਗੰਗਾ ਨਦੀ ਦਾ ਜਲ ਤਰ ਕਰਕੇ ਪਾਰ ਹੋਏ। ਗਏ ਗੁਰੂ ਆਗਮਨ ਵਿਚਾਰ, ਸਤਿਗੁਰੂ ਮਹਾਰਾਜ ਜੀ ਨੂੰ ਅੱਗੋਂ ਲੈਣ ਵਾਸਤੇ ਗਏ ਹਨ। ਬੰਧਨ ਕਰ ਡੇਰਾ ਕੁਰਬਾਏ, ਬੰਦਨਾ ਕਰਕੇ ਮਹਾਰਾਜ ਜੀ ਦਾ ਉੱਥੇ ਡੇਰਾ ਕਰਵਾਇਆ। ਆਗੇ ਮਿਲੈ ਅਪਰ ਸੁਮਦਾਏ, ਹੋਰ ਸਾਰੇ ਅੱਗੇ ਆ ਕੇ ਜਦੋਂ ਮਿਲੇ ਪਿਆਰ ਭਾਵਨਾ ਨਾਲ, ਖਰੇ ਨਿਕਟ ਨਮਰੀ ਸਿਰ ਹੋਏ, ਮਹਾਰਾਜ ਜੀ ਦੇ ਕੋਲ ਚੱਲ ਕੇ ਬੜੀ ਨਿਮਰਤਾ ਨਾਲ ਖੜੇ ਹੋਏ ਹਨ। ਹਾਥ ਜੋੜ ਕਰ ਦਰਸ਼ਨ ਜੋਏ, ਹੱਥ ਜੋੜ ਕੇ ਦਰਸ਼ਨ ਕੀਤੇ। ਦੋਹਰਾ ਮਿਲੇ ਕੀਨ ਸਭ ਬੰਦਨਾ, ਸਿੱਖ ਕਰ ਕੈ ਉਰ ਪਾਉ, ਸਾਰੇ ਕਾਂਸ਼ੀ ਦੇ ਜਿੰਨੇ ਵੀ ਉੱਥੇ ਰਹਿਣ ਵਾਲੇ ਸਿੱਖ ਸੰਗਤ ਸੀ, ਆ ਕੇ ਮਹਾਰਾਜ ਜੀ ਨੂੰ ਜਦੋਂ ਬੜੀ ਭਾਵਨਾ ਦੇ ਨਾਲ ਬੰਦਨਾ ਕੀਤੀ ਹੈ। ਗਨ ਬੀਵੇ ਅਰਪਣ ਕਰੇ, ਆਨੰਦ ਰਿਦ ਨਾ ਸਮਾਉ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਹਿਰਦਿਆਂ ਵਿੱਚ ਆਨੰਦ ਨਹੀਂ ਸਮਾਉਂਦਾ ਹੈ। ਬੜੇ ਹੀ ਸਾਧ ਸੰਗ ਜੀ ਮੇਵੇ ਫਲ ਆਦਿਕ ਮਹਾਰਾਜ ਜੀ ਨੂੰ ਭੇਟ ਕੀਤੇ। ਚਉਪਈ ਸਵਨ ਸੰਗ ਹੋਇ ਲਿਆਵਨ ਠਾਨੇ, ਸਾਰੇ ਸਿੱਖ ਸਤਿਗੁਰੂ ਜੀ ਨੂੰ ਨਾਲ ਲੈ ਕੇ ਲਿਆਏ ਹਨ। ਡੇਰਾ ਕਰਵਾਵੋ ਸੁਭ ਥਾਨੇ, ਬੜਾ ਚੰਗਾ ਸੋਹਣਾ ਥਾਂ ਵੇਖ ਕੇ ਮਹਾਰਾਜ ਜੀ ਦਾ ਡੇਰਾ ਪੜਾ ਕਰਵਾਇਆ। ਸੁੰਦਰ ਇੱਕ ਪਰਅੰਕ ਲਿਆਏ, ਇੱਕ ਬੜਾ ਸੁੰਦਰ ਪਲੰਘਾ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਲਿਆਂਦਾ ਹੈ। ਉਜਲ ਯਹ ਤਰਨ ਕੋ ਛਾਏ, ਬੜੇ ਸੁੰਦਰ ਉਹਦੇ ਉੱਤੇ ਉੱਜਲ ਵਸਤਰ ਵਿਛਾਏ ਹਨ। ਸ੍ਰੀ ਗੁਰ ਤੇਗ ਬਹਾਦਰ ਨੰਦਨ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੁਪੁੱਤਰ ਨੂੰ ਸਿੱਖਾਂ ਨੇ ਆਣ ਕੇ ਬੰਦਨਾ ਕੀਤੀ ਹੈ। ਬੈਠਾਰੇ ਕਰ ਦੇਖਨ ਬੰਦਨ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਪਲੰਘੇ ਦੇ ਉੱਪਰ ਸਜ ਗਏ ਹਨ। ਸਕਲ ਪੁਰੀ ਮੈਂ ਸੁਧ ਹੋਏ ਆਏ, ਸਾਰੇ ਕਾਂਸ਼ੀ ਦੇ ਵਿੱਚ ਹੀ ਜਦੋਂ ਖਬਰ ਫੈਲੀ ਗਈ ਵੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਿਬਜ਼ਾਦਾ ਸ੍ਰੀ ਗੋਬਿੰਦ ਰਾਏ ਮਹਾਰਾਜ ਜੀ ਪਹੁੰਚ ਗਏ। ਦਰਸ਼ਨ ਹਿਤ ਸੰਗਤ ਉਮੜਾਏ, ਬੜੀਆਂ ਸੰਗਤਾਂ ਜਿਹੜੀਆਂ ਦਰਸ਼ਨਾਂ ਦੇ ਵਾਸਤੇ ਚੱਲ ਕੇ ਆਉਂਦੀਆਂ ਹਨ। ਆਪਸ ਵੇਖੈ ਭਨੈ ਨਰ ਨਾਰੀ, ਆਪਸ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਹਨ ਵਿਚਾਰ ਕਰਦੀਆਂ ਆਇਓ ਪ੍ਰਥਮ ਗੁਰੂ ਇੱਕ ਬਾਰੀ, ਵੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਪਹਿਲਾਂ ਇੱਕ ਵਾਰੀ ਇੱਥੇ ਆ ਚੁੱਕੇ ਹਨ। ਜੇ ਸ੍ਰੀ ਤੇਗ ਬਹਾਦਰ ਨਾਮੋ, ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹੈ। ਇਨਕੇ ਏ ਨੰਦਨ ਅਬਰਾਮੋ, ਵੀ ਇਹ ਸਤਿਗੁਰੂ ਮਹਾਰਾਜ ਜੀ ਉਹਨਾਂ ਦੇ ਸਾਹਿਬਜ਼ਾਦੇ ਹਨ, ਬੜੀ ਸੁੰਦਰਤਾ ਵਾਲੇ ਨੇ। ਜਿਨ ਕੋ ਦਰਸ਼ਨ ਪੁਰ ਹੈ ਸਵਾਰਥ, ਵੀ ਇਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਭਾਵਨਾ ਪੂਰੀ ਹੋ ਜਾਂਦੀ ਹੈ। ਲੈ ਸਰਦਾਲੂ ਕਰ ਪਦਾਰਥ, ਇਸ ਕਰਕੇ ਸ਼ਰਧਾ ਭਾਵਨਾ ਵਾਲਿਆਂ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਭੇਟਾਵਾਂ ਲੈ ਕਰਕੇ ਘਰ ਮੈਂ ਚੱਲ ਕਰ ਨਾਮ ਨਿਧ ਆਏ, ਕਹਿੰਦੇ ਵੀ ਹੁਣ ਤਾਂ ਘਰ ਦੇ ਵਿੱਚ ਹੀ 9 ਨਿਧੀਆਂ ਚੱਲ ਕੇ ਆ ਗਈਆਂ ਨੇ। ਉਹੇ ਕੋ ਭਾਗੇ ਲੈਨ ਨਾ ਜਾਏ, ਇਹ ਉਹ ਮਾੜੇ ਭਾਗਾਂ ਵਾਲਾ ਹੋਊ ਜਿਹੜਾ ਇਹ 9 ਨਿਧੀਆਂ ਨੂੰ ਲੈਣ ਵਾਸਤੇ ਨਹੀਂ ਜਾਵੇਗਾ। ਭਾਵ ਗੁਰੂ ਮਹਾਰਾਜ ਜੀ ਦੇ ਦਰਸ਼ਨ 9 ਨਿਧੀਆਂ ਤੋਂ ਬਹੁਤ ਜ਼ਿਆਦਾ ਉੱਤਮ ਹੈ। ਤੇ ਆਪਾਂ ਹੁਣ ਗੁਰੂ ਕੇ ਸਿੱਖਾਂ ਤੋਂ ਕੀਰਤਨ ਸ਼ਰਵਣ ਕੀਤਾ ਸੀ ਨਾ ਵੀ ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਜੰਮਣ ਮਰਨ ਦਾ ਦੁੱਖ ਕੋਈ ਵੀ ਰਿੱਧੀ ਸਿੱਧੀ ਮਿਟਾ ਨਹੀਂ ਸਕਦੀ, ਪਰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਜਿਨ੍ਹਾਂ ਕੀਤੇ ਉਹ ਭਾਈ ਆਪਣਾ ਜਨਮ ਮਰਨ ਉਹਨਾਂ ਨੇ ਮਿਟਾ ਲਿਆ ਹੈ। ਤੇ ਪਰ ਆ ਰਿੱਧੀਆਂ ਸਿੱਧੀਆਂ ਤਾਂ ਇਹ ਤਾਂ ਦੁਨਿਆਵੀ ਪਦਾਰਥ ਤਾਂ ਪੂਰੇ ਕਰ ਦੇਣਗੀਆਂ, ਕਿਸੇ ਨੂੰ ਹੋਰ ਸ਼ਕਤੀ ਵਿਭੂਤੀ ਆਦਿਕ ਦੇਣ ਵਾਲੀਆਂ ਹਨ, ਪਰ ਮੁਕਤੀ ਦੀਆਂ ਪਾਤਰ ਨਹੀਂ ਇਹ ਬਣਾ ਸਕਦੀਆਂ। ਪਰ ਕਹਿੰਦੇ ਵੀ ਇਹ ਜਿਹੜੀਆਂ 9 ਨਿਧੀਆਂ ਚੱਲ ਕੇ ਆ ਜਾਂਦੀਆਂ ਮਾਨੋ ਘਰ ਦੇ ਵਿੱਚ ਸਾਡੇ ਤਾਂ ਇਸ ਤਰ੍ਹਾਂ ਵੱਡੇ ਭਾਗ ਜਾਗ ਪਏ ਹਨ। ਇਮ ਕਹਿ ਲੈ ਕਰ ਉਪਹਾਰ, ਇਉਂ ਕਹਿ ਕਹਿ ਕੇ ਨਾ ਆਪਸ ਦੇ ਵਿੱਚ ਸੰਗਤਾਂ
ਬੜੇ ਤਰ੍ਹਾਂ ਦੇ ਉਪਹਾਰ ਲੈ ਕਰਕੇ ਮਿਲ ਕਰ ਚੱਲੇ ਬ੍ਰਿੰਦ ਨਾਰ ਨਾਰ। ਬਹੁਤ ਹੀ ਮਾਈ ਭਾਈ ਵੱਡੀ ਗਿਣਤੀ ਵਿੱਚ ਚੱਲ ਪਏ ਹਨ। ਆਨ ਹਜ਼ਾਰੂ ਦਰਸ਼ਨ ਕਰੈ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਇਕੱਤਰ ਹੋ ਗਈਆਂ ਦਰਸ਼ਨਾਂ ਦੇ ਲਈ। ਪਾਤ ਪਾਤ ਕੇ ਭੇਟਨ ਧਰੈ। ਬੜੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਚੜਾਉਂਦੇ ਹਨ। ਮੂਰਤ ਅਲਪ ਸਲੋਨੀ ਦੇਖ। ਸਤਿਗੁਰੂ ਮਹਾਰਾਜ ਜੀ ਦਾ ਸਰੂਪ ਛੋਟਾ ਸਰੀਰ ਕਰਕੇ ਬੜਾ ਸੁੰਦਰ ਸਰੂਪ ਹੈ। ਮਹਾਰਾਜ ਜੀ ਦੀ ਸੁੰਦਰ ਸੂਰਤ ਦੇਖਦੇ ਹਨ। ਸਭ ਗੁਣ ਮੈਂ ਸਭ ਹੋਣ ਬਸੇਸ। ਜਿਹੜੇ ਸਾਰੇ ਹੀ ਸ਼ੁਭ ਗੁਣਾਂ ਦੇ ਨਾਲ ਸਭ ਕਰਕੇ ਵਿਸ਼ੇਸ਼ ਭਰਪੂਰ ਸਨ। ਕਰੈ ਸਰਾਹਨ ਆਪ ਸਮਾਹੇ। ਤੇ ਸਤਿਗੁਰੂ ਮਹਾਰਾਜ ਜੀ ਦੀ ਬੜੀ ਸਿਫਤ ਸਲਾਘਾ ਉਹ ਆਪਸ ਦੇ ਵਿੱਚ ਸੰਗਤਾਂ ਕਰਦੀਆਂ ਨੇ। ਇਹ ਗੁਰ ਜੋਦਾ ਬਨੈ ਮਹਾਹੇ। ਇਹ ਕਹਿੰਦੇ ਗੁਰੂ ਪਾਤਸ਼ਾਹ ਜੀ ਵੇਖ ਕੇ ਇਉਂ ਲੱਗਦਾ ਵੀ ਇਹ ਬੜੇ ਵੱਡੇ ਯੋਧੇ ਸੂਰਬੀਰ ਬਣਨਗੇ। ਮਹਾ ਪ੍ਰਤਾਪਵੰਤ ਮੁਖ ਦਿਪੈ। ਜਿਨ੍ਹਾਂ ਦੇ ਮੁਖ ਮੰਡਲ ਦੀ ਸੋਭਾ ਬੜੀ ਪ੍ਰਤਾਪ ਵਾਲੀ ਹੈ। ਕਿਉ ਨਾ ਸਰੇ ਹੋਏ ਜੋ ਇਨ ਜਪੈ। ਕਹਿੰਦੇ ਵੀ ਜਿਹੜਾ ਵੀ ਕੋਈ ਸਤਿਗੁਰੂ ਮਹਾਰਾਜ ਜੀ ਦਾ ਜਾਪ ਕਰੂਗਾ ਉਹਦੀ ਮੁਕਤੀ ਕਿਉਂ ਨਹੀਂ ਹੋਵੇਗੀ। ਉਹ ਮੁਕਤ ਹੋ ਜਾਏਗਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਧਿਆਵੇਗਾ। ਇਕ ਆਵਤ ਇਕ ਜਾਤ ਸਦਨ ਕੋ। ਕੋਈ ਸੰਗਤਾਂ ਦਰਸ਼ਨ ਕਰਕੇ ਆਉਂਦੀਆਂ ਨੇ, ਕੋਈ ਦਰਸ਼ਨਾਂ ਦੇ ਲਈ ਜਾ ਰਿਹਾ ਹੈ। ਇਕ ਦੇਖਤ ਹੈ ਗੁਰੂ ਬਦਨ ਕੋ। ਕੋਈ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਸ਼ਨ ਕਰਦੇ ਸੀ। ਸੰਧਿਆ ਲੋ ਮੇਲਾ ਵੱਡ ਹੋਵਾ। ਬੜਾ ਸ਼ਾਮ ਤੱਕ ਸੰਗਤ ਦਾ ਜੋੜ ਮੇਲਾ ਰਿਹਾ। ਪਾਵਨ ਗੁਰ ਸਰੂਪ ਕਹ ਜੋਵਾ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਤੱਕਦੇ ਹਨ। ਦੇਗ ਹੇਤ ਸਾਮਗਰੀ ਆਨੀ। ਔਰ ਕੜਾ ਪ੍ਰਸ਼ਾਦ ਲੰਗਰ ਦੇ ਵਾਸਤੇ ਸਮੱਗਰੀਆਂ ਜਿੰਨੀਆਂ ਲਿਆਉਂਦੇ ਹਨ। ਚਾਵਲ ਚੂਨ ਘ੍ਰਿਤ ਮਿਸ਼ਟਾਨੀ। ਚੌਲ ਆਟਾ ਘਿਓ ਅਤੇ ਖੰਡ ਲਿਆਉਂਦੇ ਹਨ। ਜੇਤਕ ਖਰਚ ਖਾਨ ਹਿਤ ਜਾਨਾ। ਵੀ ਜਿੰਨਾ ਕੁ ਖਰਚਾ ਉਹ ਲੰਗਰ ਦੇ ਵਾਸਤੇ ਸਮਝਦੇ ਨੇ, ਜਾਣਦੇ ਹਨ। ਸੋ ਵਸਤਨ ਕੋ ਗਨ ਮਹਿ ਆਨਾ। ਉਹ ਸਾਰੀਆਂ ਵਸਤੂਆਂ ਉੱਥੇ ਲੈ ਕੇ ਪਹੁੰਚੇ ਹਨ। ਬਵੈਦ ਵਿਦਨ ਕੇ ਬਨੇ ਆਹਾਰਾ। ਵਿਵਧ ਵਿਦਨ ਕੇ ਬੜੀਆਂ ਭਿੰਨ ਭਿੰਨ ਵਿਧੀਆਂ ਦੇ ਭੋਜਨ ਬਣੇ ਹਨ। ਪਾਇ ਸਮੈ ਮੇਵਾ ਗਨ ਡਾਰਾ। ਉਹਨਾਂ ਦੇ ਵਿੱਚ ਬੜੇ ਸਾਧ ਸਾਂਝੀ ਮੇਵੇ, ਸੌਗੀ, ਬਦਾਮ, ਕਾਜੂ ਆਦਿਕ ਜਿਵੇਂ ਆਪਾਂ ਪਾਉਨੇ ਆ ਨਾ ਖੀਰ ਪ੍ਰਸ਼ਾਦ ਆਦਿਕ ਦੇ ਵਿੱਚ, ਇਸ ਤਰ੍ਹਾਂ ਸੰਗਤਾਂ ਲਿਆ ਕੇ ਪਾਉਂਦੀਆਂ ਹਨ। ਮਨ ਭਾਵਤ ਕਰ ਥਾਰ ਭਰਿਓ ਹੈ। ਮਨ ਭਾਉਂਦਾ ਭੋਜਨ ਇਸ ਤਰ੍ਹਾਂ ਦੇ ਨਾਲ ਸਜਾ ਕਰਕੇ ਥਾਲ ਸਜਾਇਆ। ਸਤਿਗੁਰ ਅਚਵਨ ਤਵੈ ਕਰਿਓ ਹੈ। ਸਤਿਗੁਰੂ ਮਹਾਰਾਜ ਜੀ ਦੇ ਅੱਗੇ ਲਿਆ ਕੇ ਸੁੰਦਰ ਥਾਲ ਸਜਾਇਆ। ਭੋਜਨ ਮਹਾਰਾਜ ਜੀ ਨੇ ਛਕਣਾ ਕੀਤਾ। ਮਾਤਨ ਆਦ ਮਨ ਜੋ ਸਮੁਦਾਏ। ਮਾਮਾ ਕਿਰਪਾਲ ਚੰਦ ਜੀ, ਮਾਤਾ ਨਾਨਕੀ ਅਤੇ ਮਾਤਾ ਗੁਜਰੀ ਜੀ ਭੋਜਨ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋਏ। ਖਾਨ ਪਾਨ ਕਰ ਸਭ ਤ੍ਰਿਪਤਾਏ। ਸਾਰੀਆਂ ਸੰਗਤਾਂ ਨੇ ਵੀ ਭੋਜਨ ਛਕਿਆ ਹੈ। ਸੁਪਤ ਜਥਾ ਸੁਖ ਨਿਸਾਬਤਾਏ। ਬੜੇ ਸੁੱਖਾਂ ਦੇ ਨਾਲ ਰਾਤ ਬਤੀਤ ਕੀਤੀ ਹੈ। ਜਾਗੇ ਜਬ ਪ੍ਰਭਾਤ ਹੋਇਆ ਏ। ਜਦੋਂ ਅੰਮ੍ਰਿਤ ਵੇਲਾ ਹੋਇਆ ਉਸ ਵੇਲੇ ਸਾਰੀਆਂ ਸੰਗਤਾਂ ਨੇ ਉਥਾਨ ਹੋਣਾ ਕੀਤਾ। ਸੋਚ ਇਸਨਾਨ ਠਾਨ ਕੁਰ ਬੈਸੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਸੋਚਾਚਾਰ ਇਸ਼ਨਾਨ ਪਾਨ ਕੀਤਾ ਹੈ। ਦਰਸ਼ਨ ਹਿਤ ਪੁਨ ਆਵੈ ਤੈਸੇ। ਔਰ ਫਿਰ ਸੰਗਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਹੀ ਸੰਗਤਾਂ ਦਰਸ਼ਨਾਂ ਦੇ ਲਈ ਆਉਣ ਲੱਗ ਪਈਆਂ। ਜਿਜ ਸਮੂਹ ਸੁਨ ਕਰ ਤਵ ਆਏ। ਸਤਿਗੁਰੂ ਜੀ ਦਾ ਦੇਖੋ ਆਗਮਨ ਸੁਣ ਕੇ ਬੜੇ ਬ੍ਰਾਹਮਣ ਵੀ ਸੁਣ ਕੇ ਆਉਂਦੇ ਹਨ। ਦੇਖਤ ਨਮੋ ਕਰੈ ਸਿਰ ਨਿਆਏ। ਗੁਰੂ ਜੀ ਕੇ ਦਰਸ਼ਨ ਕਰਕੇ ਨਮੋ ਨਮੋ ਕਰਕੇ ਨਮਸਕਾਰ ਕਰਦੇ ਹਨ। ਬੈਠੇ ਸਾਵਨ ਸਮੀਪ ਹਰ ਖਾਏ। ਬੜੇ ਖੁਸ਼ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵੇਖ ਕੇ। ਕਹਿੰਦੇ ਵੀ ਮਹਾਰਾਜ ਦੇ ਕੋਲ ਤਾਂ ਭੇਟਾਵਾਂ ਹੀ ਬਹੁਤ ਆਈਆਂ, ਸੰਗਤ ਨੇ ਅਰਪਿਤ ਕੀਤੀਆਂ ਹੋਈਆਂ ਨੇ। ਕਹੈ ਪ੍ਰਥਮ ਤੁਮਰੇ ਪਿਤ ਆਏ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੂੰ ਉਹ ਬ੍ਰਾਹਮਣ ਜਿਹੜੇ ਸੀ ਨਾ ਦਿਜਬਰ, ਕਹਿਣ ਲੱਗੇ, ਕਹਿੰਦੇ ਮਹਾਰਾਜ
ਤੁਹਾਡੇ ਪਿਤਾ ਜੀ ਵੀ ਪਹਿਲਾਂ ਇਸੇ ਆ ਕੇ ਗਏ ਨੇ ਕਰੇ ਪਰੋਹਤ ਤੀਰਥ ਵੀ ਕੇਰੇ ਉਹਨਾਂ ਨੇ ਸਾਨੂੰ ਆਪਣੇ ਪੁਰੋਹਿਤ ਬਣਾ ਲਿਆ। ਦਿਓ ਦਾਨ ਹਮਕੋ ਬਹੁ ਤੇਰੇ ਸਾਨੂੰ ਉਹਨਾਂ ਨੇ ਬੜਾ ਦਾਨ ਦਿੱਤਾ ਕਾਰਤ ਪ੍ਰਤੀਖਨ ਰਹਿ ਸਦਾਈ ਤੇ ਅਸੀਂ ਉਹਨਾਂ ਦੀ ਉਡੀਕ ਕਰਦੇ ਰਹਿੰਦੇ ਆ ਵੀ ਦੁਬਾਰਾ ਉਹ ਕਦੋਂ ਆਉਣਗੇ, ਕਦੋਂ ਸਾਨੂੰ ਦਾਨ ਦੇਣਗੇ। ਕਿਉਂ ਬ੍ਰਾਹਮਣਾਂ ਦਾ ਮਨ ਤਾਂ ਨਾ ਦਾਨ ਲੈਣ ਦੇ ਵਿੱਚ ਹੀ ਰਹਿੰਦਾ ਹਰ ਵੇਲੇ, ਵੀ ਬਸ ਦਾਨ ਸਾਨੂੰ ਕੋਈ ਕਰੀ ਹੋਈ ਜਾਵੇ, ਕਰੀ ਹੋਈ ਜਾਵੇ। ਗੁਰੂ ਬੰਸ ਆਵਹਿ ਧਨ ਪਾਏ ਔਰ ਕਹਿੰਦੇ ਮਹਾਰਾਜ ਜੀ ਸਾਨੂੰ ਤਾਂ ਉਦੋਂ ਹੀ ਧਨ ਮਿਲਦਾ ਜਦੋਂ ਗੁਰੂ ਦੀ ਬੰਸ ਆਉਂਦੀ ਹੈ। ਜਿਸ ਤੇ ਤ੍ਰਿਪਤ ਹੋਏ ਹਮ ਵੀ ਰਹਿ ਬੇਥਾ ਧਨ ਜਦੋਂ ਸਾਨੂੰ ਮਿਲਦਾ ਫਿਰ ਅਸੀਂ ਤ੍ਰਿਪਤ ਹੋ ਜਾਂਦੇ ਹਾਂ, ਫਿਰ ਅਸੀਂ ਰੱਜ ਜਾਂਦੇ ਹਾਂ। ਆਪਰਨ ਤੇ ਨਹਿ ਜਾ ਚਾਲ ਹੈ ਅਸੀਂ ਹੋਰ ਕਿਸੇ ਦੇ ਕੋਲੋਂ ਨਹੀਂ ਮੰਗਦੇ ਇੰਨਾ ਜਿੰਨਾ ਮਹਾਰਾਜ ਗੁਰੂ ਵੰਸ਼ ਦੇ ਕੋਲੋਂ, ਭਾਵ ਗੁਰੂ ਘਰ ਦੇ ਕੋਲੋਂ ਅਸੀਂ ਮੰਗਦੇ ਹਾਂ। ਜਗਤ ਸਰੋਮਣ ਪੂਜ ਸਭਨ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਸਾਰੇ ਜਗਤ ਤੇ ਸ਼੍ਰੋਮਣੀ ਪੂਜਨੀਕ ਹੋ। ਸਮਸਰ ਮਹੁ ਨਾ ਜਾਣੇ ਜਿਨ ਕੇ ਅਸੀਂ ਆਪ ਜੀ ਦੇ ਸਦਰਸ਼ ਹੋਰ ਕਿਸੇ ਨੂੰ ਤਾਂ ਜਾਣਿਆ ਹੀ ਨਹੀਂ ਹੈ। ਜਾਤੇ ਹਮ ਪੇ ਧਨ ਕਹਾਵੈ ਇਸ ਕਰਕੇ ਅਸੀਂ ਮਹਾਰਾਜ ਤੁਹਾਨੂੰ ਧੰਨ ਕਹਿੰਦੇ ਆ ਵੀ ਤੁਸੀਂ ਹੋ ਧੰਨ, ਜਿੱਥੋਂ ਇੰਨਾ ਮਿਲਦਾ ਧਨ ਵਡਿਆਈ। ਤੋਂ ਇਸ ਕਰਕੇ ਉਹਨਾਂ ਨੂੰ ਤਾਂ ਮਾਇਆ ਚਾਹੀਦੀ ਹੈ। ਜਿੱਥੋਂ ਮਾਇਆ ਮਿਲਦੀ ਹੋਵੇ ਉਹ ਸੋਲੇ ਤਾਂ ਜਿੰਨੇ ਮਰਜ਼ੀ ਕਹਾ ਲਓ, ਕਹਿ ਦੇਣਗੇ, ਬੜੀਆਂ ਵਡਿਆਈਆਂ ਕਰ ਦੇਣਗੇ। ਕਿਉਂਕਿ ਗੁਰੂ ਦੇ ਘਰ ਦੇ ਵਿੱਚੋਂ ਧਨ ਵੀ ਫਿਰ ਬੇਥਾ ਮਿਲਦਾ ਨਾ, ਇਸ ਕਰਕੇ ਤੇ ਆਪ ਹੀ ਕਹੀ ਜਾਂਦੇ ਨੇ ਉਂਝ ਵੀ ਸਾਨੂੰ ਮਹਾਰਾਜ ਤੁਹਾਡੇ ਘਰ ਦੇ ਪੁਰੋਹਿਤ ਬਣਾਇਆ, ਪਰ ਗੁਰੂ ਘਰ ਕਦੇ ਕਿਸੇ ਨੂੰ ਪੁਰੋਹਿਤ ਨਹੀਂ ਬਣਾਉਂਦਾ ਹੈ। ਇਹ ਆਪਾਂ ਗੱਲ ਦਾ ਇਹ ਵੀ ਖਿਆਲ ਰੱਖਣਾ ਹੈ ਵੀ ਆਪਦੇ ਕੋਲੋਂ ਹੀ ਗੱਲਾਂ ਜਿਹੜੀਆਂ ਨੇ, ਜਿਵੇਂ ਕੋਈ ਦੁਕਾਨਦਾਰ ਨਹੀਂ ਸੌਦਾ ਵੇਚਣਾ ਹੁੰਦਾ ਜਿਨ੍ਹਾਂ ਨੇ, ਜੇ ਕੋਈ ਆਪਾਂ ਜਾਈਏ ਨਾ ਕਿਸੇ ਦੁਕਾਨ ਤੋਂ ਕੋਈ ਚੀਜ਼ ਖਰੀਦਣ ਵਾਸਤੇ, ਦੁਕਾਨਦਾਰ ਐਵੇਂ ਕਹੀ ਜਾਂਦੇ ਨੇ, ਉਹ ਜੀ ਤੁਹਾਡੇ ਗੁਆਂਢੀ ਸਾਡੇ ਕੋਲੋਂ ਲੈ ਕੇ ਗਏ ਸੀ, ਬਹੁਤ ਚੀਜ਼ਾਂ ਉਹ ਵਧੀਆ ਨਿਕਲੀਆਂ, ਜਾਂ ਫਲਾਣਾ ਵੀ ਲੈ ਕੇ ਗਿਆ, ਫਲਾਣਾ ਵੀ ਲੈ ਕੇ ਗਿਆ, ਉਹ ਵੀ ਕਹਿੰਦੇ ਵੀ ਬਹੁਤ ਵਧੀਆ। ਇਸ ਤਰ੍ਹਾਂ ਦੇ ਨਾਲ ਜਿਵੇਂ ਦੁਕਾਨਦਾਰੀ ਚਲਾਉਣ ਦੇ ਲਈ ਫਿਰ ਝੂਠ ਤੂਫਾਨ ਬੋਲਦੇ ਨੇ, ਇਸੇ ਤਰ੍ਹਾਂ ਮਹਾਰਾਜ ਨੂੰ ਵੀ ਕਹਿੰਦੇ ਨੇ ਮਹਾਰਾਜ ਤੁਹਾਡੇ ਗੁਰੂ ਪਾਤਸ਼ਾਹ ਪਿਤਾ ਜੀ ਨੇ ਸਾਨੂੰ ਪੁਰੋਹਿਤ ਬਣਾ ਲਿਆ। ਵੀ ਪੁਰੋਹਿਤ ਤਾਂ ਬਣਾਉਣ ਲੱਗੇ ਸੀ ਜਦੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ ਸੀ ਨਾ, ਜਿੱਥੇ ਪਿੰਡ ਭਰਦੇ ਨੇ ਸਨਾਤਨ ਮਤ ਦੇ ਵਿੱਚ, ਉੱਥੇ ਜਦੋਂ ਮਹਾਰਾਜ ਗਏ ਸਤਿਗੁਰੂ ਜੀ ਦੇ ਕੋਲੋਂ ਸਾਰਾ ਕੁਛ ਹੀ ਲੈ ਲਿਆ ਦਾਨ ਦੇ ਵਿੱਚ। ਮਹਾਰਾਜ ਕਹਿੰਦੇ ਸਬਰ ਆਜੂ, ਕਹਿੰਦੇ ਨਹੀਂ ਮਹਾਰਾਜ ਲਿਖ ਕੇ ਦਿਓ ਵੀ ਤੁਹਾਡੇ ਗਾਂ ਜਿਹੜੀ ਵੀ ਗੁਰੂ ਕੁਲ ਹੋਵੇਗੀ ਸਦਾ ਉਹ ਸਾਨੂੰ ਹੀ ਦਾਨ ਕਰੂ, ਹੋਰ ਕਿਸੇ ਨੂੰ ਨਹੀਂ ਦਾਨ ਕਰਨਾ ਉਹਨੇ। ਮਹਾਰਾਜ ਕਹਿੰਦੇ ਬੜੇ ਸਿਆਣੇ ਹੋ। ਮਹਾਰਾਜ ਕਹਿੰਦੇ ਇੰਨੇ ਨਾਲ ਹੀ ਸਬਰ ਕਰ ਲਓ, ਇਹ ਜਿੰਨਾ ਕੁ ਤੁਹਾਡੀ ਪਰਾਰਬਧ ਦੇ ਵਿੱਚ ਹੈ ਨਾ ਉਹਨਾਂ ਕੁ ਤੁਹਾਨੂੰ ਮਿਲ ਗਿਆ, ਹੁਣ ਬਹੁਤੇ ਦੀ ਇੱਛਾ ਨਾ ਕਰੋ। ਸਬਰ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਤੋ ਇਸੇ ਤਰ੍ਹਾਂ ਇੱਥੇ ਮਹਾਰਾਜ ਜੀ ਦੇ ਦੁਆਲੇ ਹੋਏ ਵੀ ਸਾਨੂੰ ਉਹਨਾਂ ਨੇ ਬੜਾ ਦਾਨ ਦਿੱਤਾ, ਵੀ ਅਸੀਂ ਤਾਂ ਨਿਹਾਲ ਹੋ ਜਾਂਦੇ ਜਦੋਂ ਗੁਰੂ ਘਰ ਦੇ ਕੋਲੋਂ ਦਾਨ ਪ੍ਰਾਪਤ ਕਰਦੇ ਹਾਂ। ਦਰਸ਼ਨ ਕਰੈ ਦਰਬ ਕੋ ਪਾਵੈ ਨਾਲੇ ਮਹਾਰਾਜ ਤੁਸੀਂ ਸਾਨੂੰ ਦਰਸ਼ਨ ਦਿੰਦੇ ਹੋ ਤੇ ਨਾਲੇ ਸਾਨੂੰ ਪੈਸੇ ਦਿੰਦੇ ਹੋ। ਸੁਨ ਬਿਰਤਾਂਤ ਕੋ ਤਵ ਮੁਸਕਾਏ ਸਤਿਗੁਰੂ ਮਹਾਰਾਜ ਜੀ ਸਾਰਾ ਬਿਰਤਾਂਤ ਜਿਹਾ ਸੁਣ ਕੇ ਮੁਸਕਰਾ ਪਏ। ਜਾਣਦੇ ਨੇ ਮਹਾਰਾਜ ਦਿਲ ਦੀ ਗੱਲ ਵੀ ਇਹ ਤਾਂ ਮਾਇਆ ਦੇ ਹੀ ਮਿੱਤਰ ਨੇ, ਇਹਨਾਂ ਨੂੰ ਮਾਇਆ ਚਾਹੀਦੀ ਹੈ। ਮਾਇਆ ਦੇ ਦੋਗੇ ਤਾਂ ਤੁਹਾਡੀ ਬੜੀ ਸੋਭਾ ਵਡਿਆਈ ਕਰਨਗੇ, ਨਹੀਂ ਦੇਵੋਗੇ ਫਿਰ ਕਹਿਣਗੇ ਲੈ ਉਹ ਕੋਈ ਬੰਦੇ ਸੀ, ਉਹ ਤਾਂ ਐਵੇਂ ਤੁਰੇ ਫਿਰਦੇ ਨੇ। ਪਰ ਜੇ ਮਾਇਆ ਦੇ ਦਿਓ ਫਿਰ ਕਹਿੰਦੇ ਵੀ ਉਹ ਤਾਂ ਰੱਬ ਦਾ ਹੀ ਰੂਪ ਹੈ, ਸਾਡਾ ਤਾਂ ਘਰ ਹੀ ਭਰ ਦਿੱਤਾ। ਕਹਾਂ ਜਾਜ ਤੇ ਦਿਓ ਬਤਾਏ ਮਹਾਰਾਜ ਕਹਿਣ ਲੱਗੇ ਫਿਰ ਦੱਸੋ ਕੀ ਚਾਹੁੰਦੇ ਹੋ, ਆਪੇ ਹੀ ਦੱਸ ਦਿਓ। ਜੋ ਤੁਮ ਲੈਬੋ ਹੋਏ ਸੋ ਕਹੀਐ ਮਹਾਰਾਜ ਕਹਿੰਦੇ ਜਿਹੜਾ ਕੁਝ ਲੈਣਾ ਹੁਣ ਸੰਗੋ ਨਾ, ਦਿਲ ਖੋਲ ਕੇ ਦੱਸੋ, ਦੱਸੋ ਕੀ ਚਾਹੀਦਾ ਹੈ। ਨਹਿ ਪਰਵਾਹ ਗੁਰੂ ਘਰ ਲਹੀਐ ਕੋਈ ਪਰਵਾਹ ਨਾ ਕਰੋ, ਤੁਸੀਂ ਵੀ ਯਾਦ ਰੱਖੋ ਵੀ ਕਿ ਗੁਰੂ ਘਰ ਕੋਲੋਂ ਮੰਗਿਆ ਸੀ। ਸਿਵਕੇ ਪੁਰੀ ਸੁਬਾਸ ਤੁਮਾਰਾ ਨਾਲੇ ਤੁਸੀਂ ਵੱਡੇ ਵਿਦਵਾਨ ਪੰਡਿਤ, ਸਾਰੇ ਭਾਰਤ ਦੇ ਵਿੱਚ ਕਾਂਸ਼ੀ ਦਾ ਡੰਕਾ ਵੱਜਦਾ ਵੀ ਕਾਂਸ਼ੀ ਵਾਲੇ ਬ੍ਰਾਹਮਣ ਨੇ, ਉਹ ਚੱਜ ਨਾਲ ਦਾਨ ਲੈਂਦੇ ਆ ਜਦੋਂ ਕਿਸੇ ਕੋਲੋਂ ਲੈਂਦੇ ਨੇ।
ਐਨ ਬੜੇਵੇ ਵਾਂਗੂ ਹੀ ਲਾ ਦਿੰਦੇ ਛਿੱਲ ਵੀ ਜਦੋਂ ਦਾਨ ਦੇਣ ਲੈਣ ਤੇ ਆਉਂਦੇ ਹਨ। ਸ਼ਾਸਤਰਨ ਕੀ ਵਿਦਿਆ ਸੋ ਉਧਾਰਾ। ਮਹਾਰਾਜ ਕਹਿੰਦੇ ਤੁਸੀਂ ਬੜੇ ਵਿਦਵਾਨ ਹੋ, ਸ਼ਾਸਤਰਾਂ ਦੀ ਤੁਹਾਡੇ ਕੋਲ ਵਿਦਿਆ, ਬੜੇ ਪੜ੍ਹੇ ਲਿਖੇ ਹੋ। ਸੁਨ ਤਿਜ ਵਿਦਿਆ ਬਾਨ ਬਖਾਨੈ। ਔਰ ਉਸ ਵੇਲੇ ਜਿਹੜੇ ਵਿਦਿਆਵਾਨ ਵੱਡੇ ਵਿਦਵਾਨ ਬ੍ਰਾਹਮਣ ਬੋਲੇ, ਕਹਿਣ ਲੱਗੇ ਮਹਾਰਾਜ ਫਿਰ ਜੇ ਤੁਸੀਂ ਆਪ ਹੀ ਕਹਿੰਦੇ ਹੋ ਤਾਂ ਅਸੀਂ ਦੱਸਦੇ ਹਾਂ ਵੀ ਸਾਨੂੰ ਕੀ ਦਾਨ ਕਰੋ। ਹਮ ਹੈ ਦਿਹੁ ਸਰਬੰਸ ਮਹਾਨੈ। ਕਹਿੰਦੇ ਮਹਾਰਾਜ ਸਾਨੂੰ ਫਿਰ ਤੁਸੀਂ ਸਰਬੰਸ ਦਾਨ ਕਰ ਦੇਵੋ। ਦੇਵ ਜੋਗ ਆਗਮਨ ਤੁਮਾਰਾ। ਵੀ ਤੁਸੀਂ ਕਿਹੜਾ ਰੋਜ਼ ਰੋਜ਼ ਆਉਣਾ, ਇੱਕ ਵਾਰੀ ਆਏ ਹੋ, ਮੁੜ ਕੇ ਪਤਾ ਨਹੀਂ ਕਦੋਂ ਆਉਣਾ। ਇਸ ਕਰਕੇ ਹੁਣ ਸਾਰਾ ਕੁਛ ਹੀ ਜਿਹੜਾ ਕੁਝ ਹੈਗਾ ਉਹ ਦੇ ਦਿਓ ਦਾਨ ਵਿੱਚ। ਜਾ ਤੇ ਜਾਚੈ ਦਾਨ ਉਦਾਰਾ। ਇਸ ਕਰਕੇ ਅਸੀਂ ਹੁਣ ਖੁੱਲਾ ਜਿਹਾ ਦਾਨ ਮੰਗ ਲੈਂਦੇ ਹਾਂ। ਤਵ ਸਤਿਗੁਰ ਬਾਣੀ ਤੁਮ ਮਾਨੀ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਕਹਿੰਦੇ ਠੀਕ ਹੈ ਵੀ ਜਿਹੜਾ ਕੁਝ ਸਾਡੇ ਕੋਲ ਹੈ, ਸਰਬੰਸ ਦਾਨ ਦਾ ਭਾਵ ਇਹ ਹੁੰਦਾ ਹੈ ਵੀ ਜਿੰਨੀ ਮਾਇਆ ਹੋਵੇ ਤੇ ਜਿੰਨੇ ਪਦਾਰਥ ਹੋਣ ਉਸੇ ਵੇਲੇ ਹੀ ਉਹਨਾਂ ਨੂੰ ਦਾਨ ਕਰ ਦਿੱਤੇ ਜਾਣ। ਵੀ ਕੋਲੇ ਇੱਕ ਵੀ ਥੈਲੀ ਨਾ ਰੱਖਣੀ, ਇੱਕ ਵੀ ਪਦਾਰਥ ਨਾ ਰੱਖਣਾ, ਮੰਜਾ ਪੀੜੀ ਵੀ ਨਾ ਰੱਖਣਾ। ਵੀ ਜਿਹੜਾ ਕੁਝ ਹੈਗਾ ਬਸ ਇਕੱਲੇ ਕੱਪੜੇ ਹੀ ਛੱਡਣੇ ਆ ਜਿਹੜੇ ਪਾਏ ਹੋਏ ਆ, ਬਾਕੀ ਸਾਰਾ ਕੁਝ ਲਪੇਟ ਕੇ ਲੈ ਜਾਓ। ਕਹਿੰਦੇ ਹੁਣ ਇਉਂ ਮਹਾਰਾਜ ਜੀ ਨੇ ਸਰਬੰਸ ਦਾਨ ਹੀ ਕਰ ਦਿੱਤਾ ਹੈ। ਦੇ ਸਰਬੰਸ ਸੋ ਬਸਤ ਮਹਾਨੀ। ਮਹਾਰਾਜ ਕਹਿੰਦੇ ਠੀਕ ਹੈ ਲੈ ਲਵੋ। ਤੇ ਸਤਿਗੁਰੂ ਮਹਾਰਾਜ ਨੇ ਜਦੋਂ ਦੇ ਦਿੱਤਾ ਸਾਰਾ ਕੁਝ, ਸੁਨਤ ਮੋਦ ਪਿਪਰਨ ਕੇ ਹੋਵਾ। ਬੜੇ ਖੁਸ਼ ਚਾਮਲੇ ਹੋਏ। ਮਹਾ ਉਧਾਰ ਪ੍ਰਭੂ ਕਹਿ ਜੋਗਾ। ਕਹਿੰਦੇ ਮਹਾਰਾਜ ਤੁਹਾਡਾ ਜਿਹੜਾ ਖੁੱਲਾ ਦਿਲ ਹੈ ਨਾ, ਇਹ ਤਾਂ ਮਹਾਰਾਜਿਆਂ ਤੋਂ ਵੀ ਵੱਧ ਕੇ ਹੈ। ਵੀ ਮਹਾਰਾਜੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਆ ਉਹ ਵੀ ਸਰਬੰਸ ਦੇਣ ਤੋਂ ਬਹੁਤ ਚੱਲਦੇ ਐ। ਕੋਈ ਮਹਾਰਾਜਾ ਹੋਇਆ ਜਿਹਨੇ ਸਰਬੰਸ ਦਾਨ ਕੀਤਾ, ਕਿਉਂਕਿ ਮਹਾਰਾਜੇ ਨੂੰ ਵੀ ਪਤਾ ਹੁੰਦਾ ਵੀ ਜਿੱਦਣ ਸਰਬੰਸ ਦਾਨ ਹੋ ਗਿਆ ਦੂਜੇ ਦਿਨ ਮੈਂ ਰਾਹ ਦੇ ਉੱਤੇ ਆ ਜਾਣਾ। ਮਹਿਲ ਮਾੜੀਆਂ ਜਿੰਨੇ ਵੀ ਹੋਰ ਰੱਥ ਗੱਡੇ ਆਦਿਕ ਸੋਨਾ ਚਾਂਦੀ ਸਾਰਾ ਕੁਝ ਦੇਣਾ ਪੈਂਦਾ। ਇੱਥੇ ਸਾਧ ਸੰਗਤ ਜੀ ਭਾਈ ਵੀਰ ਸਿੰਘ ਜੀ ਨੇ ਵੀ ਨੋਟ ਲਿਖਿਆ ਵੀ ਸਰਬੰਸ ਦਾਨ ਦਾ ਭਾਵ ਹੁੰਦਾ ਘਰ ਦਾ ਸਾਰਾ ਧਨ ਦੌਲਤ ਜਿੰਨੀਆਂ ਵਸਤੂਆਂ ਹੁੰਦੀਆਂ ਸਾਰੀਆਂ ਦਾਨ ਕਰ ਦੇਣੀਆਂ, ਇਹਨੂੰ ਸਰਬੰਸ ਦਾਨ ਕਹਿੰਦੇ ਨੇ। ਤੇ ਮਹਾਰਾਜ ਨੇ ਜਿੰਨੇ ਗੱਡੇ ਸੀ, ਰੱਥ ਸੀ, ਘੋੜੇ ਸੀ, ਬਲਦ ਸੀ, ਜੋ ਵੀ ਕੋਲ ਮਾਇਆ ਸੀ ਸੰਗਤ ਦੀ ਸਾਰੀ ਕੋਈ ਦੇ ਦਿੱਤੀ ਹੈ। ਜੈਸੋ ਊਜਲ ਬੰਸ ਉਧਾਰਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਵੰਸ਼ ਬਹੁਤ ਉੱਤਮ ਹੈ। ਤੈਸੋ ਸੁਠ ਸਰੂਪ ਅਵਤਾਰਾ। ਤੇ ਤੁਸੀਂ ਬੜਾ ਸੁੰਦਰ ਸਰੂਪ ਲੈ ਕੇ ਇਹ ਅਵਤਾਰ ਧਾਰਨ ਕੀਤਾ ਹੈ। ਜੈਮ ਸਰੂਪ ਤਿਮ ਪਤ ਹੈ ਊਚੇ। ਔਰ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਸੁੰਦਰ ਸਰੂਪ ਹੈ, ਜੈਸੇ ਮਤ ਤੁਮ ਗੁਣ ਬਹੁ ਸੂਚੇ। ਉਸੇ ਤਰ੍ਹਾਂ ਤੁਹਾਡੀ ਬੁੱਧੀ ਵੀ ਮਹਾਰਾਜ ਬੜੀ ਉੱਚੀ ਹੈ, ਬੜੀ ਉੱਚੀ ਸੋਚ ਹੈ। ਵੀ ਜਿਹੜੀ ਸੋਚ ਨਾਲ ਤੁਸੀਂ ਦਾਨ ਕੀਤਾ, ਸੋਚ ਤਾਂ ਆਪੇ ਸੁੱਚੀ ਹੋ ਗਈ, ਉੱਚੀ ਹੋ ਗਈ ਵੀ ਜਦੋਂ ਕੁਛ ਛੱਡਿਆ ਹੀ ਨਹੀਂ ਡੱਕਾ। ਤੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪਦਾਰਥਾਂ ਦੇ ਨਾਲ ਨਹੀਂ ਜੁੜੇ ਹੋਏ। ਤੇ ਸਤਿਗੁਰੂ ਮਹਾਰਾਜ ਜੀ ਨੂੰ ਪਤਾ ਹੈ ਵੀ ਸੰਗਤ ਨੇ ਤਾਂ ਫੇਰ ਜਿਹੜਾ ਹੈ ਉਹ ਦਾਨ ਕਰ ਦੇਣਾ, ਕਿਉਂਕਿ ਸੰਗਤਾਂ ਦੀਆਂ ਭੇਟਾਵਾਂ ਤਾਂ ਸਾਂਭੀਆਂ ਨਹੀਂ ਜਾਂਦੀਆਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਜਦੋਂ ਨਾਲ ਚੱਲਦੇ ਸੀ ਕੋਈ ਮਾਇਆ ਨਹੀਂ ਸੀ ਰੱਖਦੇ ਕੋਲ। ਅੱਗੇ ਸੰਗਤ ਆ ਕੇ ਮਿਲ ਪੈਂਦੀ ਫੇਰ ਮਾਇਆ ਦੇ ਢੇਰ ਲਾ ਦੇਣੇ। ਗੁਰੂ ਤੇਗ ਬਹਾਦਰ ਜੀ ਨੇ ਸਿੱਖਾਂ ਨੂੰ ਮਾਇਆ ਸੰਭਾਲ ਕੇ ਗਾਂਹ ਤੁਰ ਪੈਣਾ। ਨਾਲੇ ਬਚਨ ਇਹ ਕਹਿ ਜਾਣਾ, ਭਾਈ ਸਿੱਖੋ ਇਹ ਜਿਹੜੀ ਮਾਇਆ, ਇਸ ਮਾਇਆ ਦੇ ਨਾਲ ਬਾਗ ਲਵਾਓ, ਖੂਹ ਲਵਾ ਦਿਓ, ਧਰਮਸ਼ਾਲਾ ਬਣਵਾ ਦਿਓ। ਇਉਂ ਮਹਾਰਾਜ ਜੀ ਕਾਰਜਾਂ ਦੇ ਵਿੱਚ ਮਾਇਆ ਲਵਾ ਜਾਂਦੇ ਸੀ। ਕੋਈ ਆਏ ਨਹੀਂ ਸੀ ਅੱਜ ਦੇ ਸਮਿਆਂ ਵਾਂਗੂ ਵੀ ਅੱਜ ਦੇ ਬਾਬੇ ਹੁੰਦੇ ਆ ਵੀ ਬੈਂਕ ਬੈਲੈਂਸ ਬਣਾਉਂਦੇ ਆ, ਉਹ ਨਹੀਂ ਸੀ ਗੱਲ ਹੈ। ਉਹ ਜਿਹੜੇ ਪੂਰਨ ਮਹਾਂਪੁਰਸ਼ ਹੁੰਦੇ ਆ ਉਹ ਤਾਂ ਸਾਈਕਲ ਵੀ ਨਹੀਂ ਰੱਖਦੇ ਹੈ, ਗੱਡੀਆਂ ਹੋਰ ਸਕੂਟਰ ਕਾਰਾਂ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਤੇ ਸਾਧ ਸੰਗਤ ਕਰੋੜਾਂ ਦੀ ਜਾਇਦਾਦ ਬਣਾ ਕੇ ਕਹਿਣਗੇ ਵੀ ਇਹ ਤਾਂ ਸੰਨਿਆਸੀ ਮਹਾਂਪੁਰਸ਼ ਨੇ ਜੀ। ਸਾਡੇ ਬਾਬੇ ਬੜੇ ਤਿਆਗੀ ਬਿਰਤੀ ਵਾਲੇ ਨੇ। ਕਰੋੜਾਂ ਦੀਆਂ ਪ੍ਰਾਪਰਟੀਆਂ ਜ਼ਮੀਨਾਂ ਜਿਹੜੀਆਂ ਨੇ ਪਹਾੜਾਂ ਦੇ ਵਿੱਚ ਜਾ ਕੇ ਮਹਿਲਾਂ ਵਰਗੇ ਘਰ ਖੜੇ ਕਰ ਲੈਣੇ ਤੇ ਸੋਨਾ ਵਾਧੂ। ਤੇ ਫੇਰ ਕਹਿਣਾ ਜੀ ਇਹ ਤਾਂ ਸਾਡੇ ਪੂਰੇ ਸਤਿਗੁਰੂ ਜੀ ਨੇ, ਬਾਬਾ ਜੀ ਬਹੁਤ ਪਹੁੰਚੇ ਹੋਏ ਨੇ, ਉਹ ਸੱਚਮੁੱਚ ਹੀ ਬਹੁਤ ਲਾਲਚ ਤੱਕ ਪਹੁੰਚੇ ਹੋਏ ਹੁੰਦੇ ਨੇ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਛ ਹੀ ਦਾਨ ਦੇ ਦਿੱਤਾ।
ਇਹ ਤਾਂ ਸਾਧ ਸੰਗਤ ਜੀ ਪਦਾਰਥਾਂ ਦੀ ਗੱਲ ਹੈ, ਪਰ ਕਲਗੀਧਰ ਮਹਾਰਾਜ ਜੀ ਨੇ ਤਾਂ ਆਪਣੇ ਚਾਰੇ ਜਿਗਰ ਦੇ ਟੋਟੇ ਜਿਹੜੇ ਵਾਰ ਦਿੱਤੇ ਨੇ। ਮਾਤਾ ਕੁਰਬਾਨ ਕੀਤੀ, ਪਿਤਾ ਕੁਰਬਾਨ ਕੀਤਾ, ਸਾਹਿਬਜ਼ਾਦੇ ਕੁਰਬਾਨ ਕੀਤੇ। ਇਹ ਤਾਂ ਦੁਨਿਆਵੀ ਪਦਾਰਥ ਨੇ, ਇਹ ਤਾਂ ਗੱਲ ਹੀ ਕੁਛ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉੱਥੇ ਦਾਨ ਕੀਤੀਆਂ ਵਸਤੂਆਂ, ਜਬ ਗੁਰ ਸਾਵਕ ਸਦੀਨੋ ਦਾਨ, ਜਦੋਂ ਸਾਰਾ ਕੁਝ ਦਾਨ ਦੇ ਵਿੱਚ ਹੀ ਲੈ ਦਿੱਤਾ ਹੈ, ਸੰਗਤ ਗਨ ਮਸੰਦ ਸੁਨ ਕਾਨ, ਸੰਗਤਾਂ ਨੂੰ ਪਤਾ ਲੱਗਿਆ ਵੀ ਇਹ ਪੰਡਤ ਅੱਗੇ ਨਹੀਂ ਪਹਿਲਾਂ ਨਹੀਂ ਇਹ ਇਹਨਾਂ ਦੇ ਢਿੱਡ ਭਰਦੇ, ਵੀ ਸੰਗਤਾਂ ਜਿਹੜਾ ਵੀ ਕੋਈ ਆਉਂਦਾ ਕਾਂਸ਼ੀ ਦੇ ਵਿੱਚ ਮੂਹਰੇ ਹੋ ਜਾਂਦੇ ਆ, ਦਿਓ ਜੀ ਦਾਨ, ਦਿਓ ਜੀ ਦਾਨ, ਤੁਹਾਡੇ ਪਿੱਤਰ ਸੁਖੀ ਹੋ ਜਾਣਗੇ, ਤੁਹਾਡੇ ਮਰੇ ਹੋਏ ਬਜ਼ੁਰਗ ਸੁਖੀ ਹੋ ਜਾਣਗੇ, ਦਾਨ ਦੇਵੋ। ਇਸ ਤਰ੍ਹਾਂ ਘੇਰਾ ਹੀ ਪਾ ਲੈਂਦੇ ਆ। ਦੇਖਿਆ ਉੱਥੇ ਜਾ ਕੇ ਜਗਨਨਾਥਪੁਰੀ ਜਾਓ, ਸਾਹਮਣੇ ਆ ਕੇ ਪੰਡਤ ਘੇਰ ਲੈਣਗੇ, ਸਿਰ ਤੇ ਹੱਥ ਰੱਖ ਦਿੰਦੇ ਨੇ, ਦਾਨ ਕੱਢ, 10 ਰੁਪਏ ਕੱਢ, 20 ਕੱਢ, 50 ਕੱਢ, ਜਾਣ ਹੀ ਨਹੀਂ ਦਿੰਦੇ ਜਿੰਨਾ ਚਿਰ ਬੰਦਾ ਕੋਈ 10 ਰੁਪਏ ਕੱਢੇ ਨਾ। ਤੇ ਪਰ ਜਿਹੜਾ ਕੋਈ ਹੁੰਦਾ ਸਿੱਖ ਉਹਨੂੰ ਤਾਂ ਨਹੀਂ ਘੇਰਦੇ, ਜਿਹਨੂੰ ਪਤਾ ਲੱਗਦਾ ਵੀ ਇਹ ਸਾਡੇ ਵਾਲਾ ਹੀ ਹੈ ਉਹਨੂੰ ਘੇਰ ਲੈਂਦੇ, ਜਾਣ ਨਹੀਂ ਦਿੰਦੇ। ਤੋ ਇਸ ਪ੍ਰਕਾਰ ਦੇ ਨਾਲ ਦਾਨ ਜਿਹੜਾ ਬੜਾ ਉਗਰਾਉਂਦੇ ਨੇ। ਸੰਗਤਾਂ ਨੂੰ ਪਤਾ ਲੱਗਿਆ ਵੀ ਮਹਾਰਾਜ ਦੇ ਕੋਲ ਇਹਨਾਂ ਨੇ ਤਾਂ ਕੁਝ ਵੀ ਨਹੀਂ ਛੱਡਿਆ, ਨਾ ਕੋਈ ਗੱਡਾ, ਨਾ ਕੋਈ ਰੱਥ, ਨਾ ਕੋਈ ਹੋਰ ਪਾਲਕੀ, ਸਾਰਾ ਕੁਛ ਹੀ ਲੈ ਕੇ ਇਕੱਠਾ ਕਰਕੇ ਵਸਤ ਬਟੋਰਨ ਕੇਨ ਕਨੇਰੇ, ਸੰਗਤਾਂ ਨੇ ਫਿਰ ਉਸੇ ਵੇਲੇ ਵਸਤੂਆਂ ਇਕੱਠੀਆਂ ਕਰ ਲਈਆਂ। ਕਨੇ ਬਸਤ ਆਨੇ ਤਿਸ ਬੇਰੇ, ਸੰਗਤਾਂ ਨੇ ਮਾਇਆ ਪਾ ਕੇ ਗੁਰੂ ਮਹਾਰਾਜ ਜੀ ਦੇ ਵਾਸਤੇ ਨਵੇਂ ਵਾਹਣ ਤਿਆਰ ਕੀਤੇ, ਖਰੀਦੇ ਹਨ। ਦਰਜੀ ਲਿਆਏ ਸੁਭਾਵਨ ਕਰੇ, ਦਰਜੀਆਂ ਨੂੰ ਮੰਗਾ ਕੇ ਵਸਤਰ ਸਿਉਂਤੇ ਨਵੇਂ, ਕਬਾਹਨ ਮੋਲ ਆਨਬੋ ਕਰੇ, ਔਰ ਮਾਇਆ ਇਕੱਠੀ ਕਰਕੇ ਬੜੇ ਵਾਹਣ ਜਿਹੜੇ ਘੋੜੇ ਆਦਿਕ, ਬਲਦ ਆਦਿਕ ਖਰੀਦ ਕੇ ਦਿੱਤੇ। ਦਿਨ ਕੀਤਕ ਇਮ ਬੀਤੇ ਜਵੈ, ਜਦੋਂ ਕਈ ਦਿਨ ਇਸ ਤਰ੍ਹਾਂ ਮਹਾਰਾਜ ਜੀ ਨੇ ਕਾਂਸ਼ੀ ਵਿੱਚ ਨਿਵਾਸ ਰੱਖਿਆ, ਇੰਨੇ ਸਮੇਂ ਨੂੰ ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਵਾਸਤੇ ਜਿੰਨੇ ਉਹ ਪਦਾਰਥ ਸੀ ਤਿਆਰ ਕਰ ਦਿੱਤੇ, ਜਿਨ੍ਹਾਂ ਦੇ ਉੱਪਰ ਸਵਾਰ ਹੋ ਕੇ ਮਹਾਰਾਜ ਨੇ ਪੰਜਾਬ ਨੂੰ ਪਹੁੰਚਣਾ ਸੀ। ਨਿਕਟ ਨਿਕਟ ਸੁਧ ਪਸਰੀ ਤਬੈ, ਜਦੋਂ ਨੇੜੇ ਤੇੜੇ ਸਾਰੇ ਕਿਤੇ ਖਬਰ ਫੈਲੀ ਹੈ। ਜੌਨਪੁਰੇ ਕੀ ਸੰਗਤ ਆਏ, ਉੱਥੇ ਕਾਂਸ਼ੀ ਦੇ ਨੇੜੇ ਇੱਕ ਜੌਨਪੁਰ ਨਗਰ ਹੈ, ਉੱਥੋਂ ਦੀ ਸੰਗਤ ਆ ਗਈ। ਗੁਰ ਕੀ ਕਾਰ ਦਰਬ ਗੁਣ ਲਿਆਏ, ਉਹ ਵੀ ਸੰਗਤਾਂ ਦਸਵੰਧ ਲੈ ਕੇ ਆਈਆਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ। ਜੋ ਪ੍ਰੇਮੀ ਗੁਰ ਬਖਸ਼ ਮਸੰਦ, ਜਿਹੜਾ ਪ੍ਰੇਮੀ ਗੁਰਬਖਸ਼ ਮਸੰਦ ਸੀ, ਸਭ ਮੈਂ ਮੁਕਤਰ ਆਏ ਆਨੰਦ, ਉਹ ਜੌਨਪੁਰੇ ਦਾ ਮਸੰਦ ਸੀ, ਸਾਰੀਆਂ ਸੰਗਤਾਂ ਦਾ ਮੁਖੀ, ਉਹ ਵੀ ਆਇਆ। ਗਾਵਤ ਸ਼ਬਦ ਹਜੂਰ ਪਹੁੰਚੇ, ਉਹ ਵੇਖੋ ਗੁਰਬਾਣੀ ਦਾ ਸ਼ਬਦ ਗਾਉਂਦੇ ਹੋਏ ਮਹਾਰਾਜ ਦੀ ਹਜ਼ੂਰੀ 'ਚ ਪਹੁੰਚੇ ਹਨ। ਸੁਨੈ ਅਨੇਕ ਰਾਗ ਹੋਏ ਉੱਚੇ, ਉਹ ਜਿਹੜਾ ਮਸੰਦ ਸੀ ਨਾ, ਗੁਰਬਖਸ਼ ਮਸੰਦ, ਬੜਾ ਉੱਚੀ ਆਵਾਜ਼ ਵਿੱਚ ਕੀਰਤਨ ਕਰਦਾ ਸੀ ਤੇ ਪ੍ਰੇਮ ਨਾਲ ਭਿੱਜ ਕੇ ਕਰਦਾ ਸੀ। ਇਹ ਕੀਰਤਨ ਦੀ ਜਿਹੜੀ ਹੈ ਵੱਖਰੀ ਸਾਧ ਸੰਗਤ ਜੀ, ਇਹ ਕੀਰਤਨ ਭਗਤੀ ਹੈ। ਮਹਾਰਾਜ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਂਦਾ। ਜਿਹੜੇ ਕੀਰਤਨ ਨੂੰ ਪ੍ਰੇਮ ਦੇ ਨਾਲ ਕਰਦੇ ਨੇ, ਤੇ ਕਈ ਤਾਂ ਜਿਹੜੇ ਹਨ ਬੜੀ ਇੰਨੀ ਦ੍ਰਿੜਤਾ ਦੇ ਨਾਲ, ਵਿਸ਼ਵਾਸ ਦੇ ਨਾਲ ਕੀਰਤਨ ਕਰਦੇ ਨੇ, ਆਪਾ ਭੁੱਲ ਜਾਂਦੇ ਨੇ। ਤੇ ਇਹੋ ਜਿਹੇ ਫਿਰ ਸਤਿਗੁਰੂ ਮਹਾਰਾਜ ਜੀ ਨੂੰ ਕੀਰਤਨੀਆਂ ਵੀ ਪਾਉਂਦੇ ਨੇ। ਪਰ ਜਿਹੜੇ ਕੇਵਲ ਮਾਇਆ ਵਾਸਤੇ ਕਰਦੇ ਨੇ, ਉਹਨਾਂ ਦੇ ਤਾਂ ਵਾਸਤੇ ਮਹਾਰਾਜ ਕਹਿੰਦੇ ਨੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਤ ਕਰ, ਨਹੀਂ ਹਰ ਹਰ ਭੀਜੈ RAM ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਤੇ ਪਰ ਸਾਧ ਸੰਗਤ ਜਿਨ੍ਹਾਂ ਦੇ ਕੋਲ ਪ੍ਰੇਮ ਦੀ ਦਾਤ ਹੁੰਦੀ ਹੈ, ਪ੍ਰੇਮ ਨਾਲ ਕੀਰਤਨ ਕਰਦੇ ਨੇ। ਤੇ ਜਿਵੇਂ ਗੁਰਬਖਸ਼ ਮਸੰਦ ਜਿਹੜਾ ਕਰਦਾ ਸੀ ਜੌਨਪੁਰੇ ਦਾ, ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜੀਆਂ ਖੁਸ਼ੀਆਂ ਕੀਤੀਆਂ ਵੀ ਜਿੱਥੇ ਅੰਦਰ ਪ੍ਰੇਮ ਸੀ ਉਵੇਂ ਸੁੰਦਰ ਕੀਰਤਨ ਕਰਦਾ ਹੈ। ਕਰ ਦਰਸ਼ਨ ਕੋ ਅਰਪ ਅਕੋਰ, ਸੰਗਤਾਂ ਪਹੁੰਚੀਆਂ, ਭੇਟਾਵਾਂ ਅਰਪਿਤ ਕੀਤੀਆਂ ਹਨ। ਬੰਦਤ ਹੈ ਪਗ ਜੁਗ ਕਰ ਜੋਰ, ਨਮਸਕਾਰਾਂ ਕੀਤੀਆਂ ਮਹਾਰਾਜ ਜੀ ਨੂੰ। ਕਰੀ ਕਾਮਨਾ ਜਾਚੈ ਜੋਏ, ਕਾਮਨਾ ਕਰਕੇ ਜੋ ਜੋ ਵੀ ਮਹਾਰਾਜ ਦੀ ਕੋਲੋਂ ਮੰਗਦੇ ਹਨ, ਪੂਰਤ ਭਾਏ ਪ੍ਰਭੂ ਤਵ ਸੋਏ, ਮਹਾਰਾਜ ਜੀ ਪੂਰੀ ਕਰਦੇ ਨੇ। 3 ਦਿਵਸ ਗੁਰ ਕੇ ਟਿਗ ਰਹੇ, ਉਹ ਸੰਗਤ ਜੌਨਪੁਰੇ ਦੀ 3 ਦਿਨ ਮਹਾਰਾਜ ਦੇ ਕੋਲ ਰਹੀ ਹੈ। ਜਥਾ ਜੋਗ ਸਿਰ ਪਾਓ ਸੋ ਲਹੇ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਮਸੰਦਾਂ ਨੂੰ ਜਿਹੜੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ, ਉਹਨਾਂ ਨੂੰ ਸਿਰੋਂ ਪਾਓ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ, ਉਹਨਾਂ ਦਾ ਵੀ ਆਦਰ ਸਤਿਕਾਰ ਕੀਤਾ ਹੈ। ਇਉਂ ਸਤਿਗੁਰੂ ਮਹਾਰਾਜ ਜੀ ਸਾਧ ਸੰਗਤ
ਕਾਂਸ਼ੀ ਸ਼ਹਿਰ ਦੇ ਵਿੱਚ ਨਿਵਾਸ ਰੱਖ ਰਹੇ ਨੇ, ਜਿੱਥੇ ਮਹਾਰਾਜ ਦੇ ਕੋਲ ਜੌਨਪੁਰੇ ਦੀਆਂ ਸੰਗਤਾਂ ਵੀ ਚੱਲ ਕੇ ਆਈਆਂ, ਜਿਹੜਾ ਕਿ ਨੇੜੇ ਹੀ ਇਲਾਕਾ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੇ ਪਾਵਨ ਇਤਿਹਾਸ ਦੀਆਂ ਇਤਨੀਆਂ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ ਦੀ ਦਾਤ ਪ੍ਰਾਪਤ ਹੋਵੇ। ਕਰੀ ਕਾਮਨਾ ਜਾਚੈ ਜੋਏ, ਪੂਰਤ ਭਏ ਪ੍ਰਭੂ ਤਵ ਸੋਏ। ਤੀਨ ਦਿਵਸ ਗੁਰ ਕੀ ਟਿਕ ਰਹੇ, ਜਥਾ ਜੋਗ ਸਿਰ ਪਾਉ ਸੋ ਲਹੇ। ਵਾਹਿਗੁਰੂ ਜੀ ਕਾ ਖਾਲਸਾ